वाहिगुरु जी का खालसा वाहिगुरु जी की फतेह। गुरु चरना विच दूरों नेड़ेों चल करके बड़े ही अदब सहत शाम दे दीवाना विच आप जी जुड़ बैठे हो। आओ जिन्ना भी समा सतगुरां दी किरपा नाल प्राप्त होया संगत दीयां घड़ियां विच सफला बनाइए। कल शाम के प्रकरणा विच आप जी ने सरवण कीता सी। सृष्टि के मालिक गुरु नानक साहब महाराज भाई मरदाना जी दे नाल हास विलास करदे एक ऐसी धरती टापू ते पुजे ने जिथे दियां अटारियां किले अते महल सोने नाल लबालब भरे ने। भाई मरदाना जी ने इच्छा जाहिर की है नगर वेखण दी। गुरु नानक पातशाह कहंदे मरदानिया जाया। आखण लगे बाबा पल्ले कोई माया नहीं धेला नहीं, जे मैं कितों कुछ खरीद लिया मुल मेरे तो मोड़िया ना गया मैनू फड़ लिया जाएगा। गुरु बाबा जी मुस्कुरा के आखण लगे मरदानिया साडा नाल है जी तेन छड़ देने। भरोसा करके नगर विच आया। बाजार तो लैके शहर दा घर घर सोने नाल लुपाएमान है। इस नगरी की शोभा वेख बड़ा हैरान है। एक दुकानदार कोल चल के भाई मरदाना जी आए। उन्होंने पूछते आ इथों का राजा कौन है? ये सारी पूरी सोने विच क्यों भरी हुई है? किवें दा राज भाग चलदा है? इथों के लोग की कुछ खांदे आ ते की कुछ व्यवहार करते आ? इन्हां सारे प्रकरणां नूं आप जी ने विस्तार सहित सरवण कीता है। आओ कुछ समा मन चित बिरतियां नूं एकाग्र चित बनाइए। प्रेम दी पाओ सांझ गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। देश बदेशी जो जे चाही देत बहीन मोल सब ताही। भाई मरदाना जी जिस वेले इस नगर विच आए ने एक दुकानदार नूं पुछदे ने इथों दे राजे दा नाम की है? दुकानदार कहन लग्या इथों दा राजा है राजा कवल नैन, अंतां दा धर्मी है, रब नूं मनण वाला है, रब तो बिना वो किसे दी गल नहीं करता। इस राजे दे राज विच ना कोई जेल है ना कोई कोतवाली थाना। मतलब सीधी गल भी इस राजे दे राज विच कोई क्राइम नहीं, कोई चोरी ठगी पाप नहीं है। ये नगर सारा ही सोने का, ये बाजारां तो लैके घर बार सोने चांदी हीरे मोतियां च जड़े हुए आ। ते इथों दे दुकानदार किसी गाहक तो कोई पैसा नहीं वसूलते। आखण लगे मेरा नाम है धर्म सिंह, राजे का नाम है कवल नैन, इस नगर का नाम है सवर्णपुर जिन्होंने अजकल सोनदीप के नाम नाल जानिया जाता है।
ਭਾਈ ਮਰਦਾਨਾ ਸੁਣ ਸੁਣ ਕੇ ਬੜਾ ਹੈਰਾਨ ਹੋਵੇ। ਹੁਣ ਤੁਹਾਡੇ ਮਨ ਵਿੱਚ ਵੀ ਸ਼ੰਕਾ ਆ ਸਕਦਾ ਹੈ ਵੀ ਸਿੰਘ ਸ਼ਬਦ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਲਾਇਆ। ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਇਹ ਦੁਕਾਨਦਾਰ ਦਾ ਨਾਮ ਧਰਮ ਸਿੰਘ ਕਿਵੇਂ ਹੈ? ਸਿੰਘ ਦਾ ਅਰਥ ਹੁੰਦਾ ਸ਼ੇਰ, ਸਿੰਘ ਦਾ ਅਰਥ ਹੈ ਰਾਜਾ, ਕਿੰਗ। ਪਰ ਪੁਰਾਣੇ ਸਮੇਂ ਵਿੱਚ ਇਹ ਸਿੰਘ ਸ਼ਬਦ ਕੇਵਲ ਰਾਜਪੂਤ ਰਾਜਿਆਂ ਨਾਲ ਲੱਗਦਾ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੇਲੇ, 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੀਆਂ ਦੇ ਵੇਲੇ ਰਾਜਾ ਜੈ ਸਿੰਘ ਸਵਾਈ ਹੋਇਆ, ਰਾਜਾ ਰਾਮ ਸਿੰਘ ਸਵਾਈ ਹੋਇਆ, ਰਾਜਾ ਮਾਨ ਸਿੰਘ ਸਵਾਈ ਹੋਇਆ। ਉਦੋਂ ਤੇ ਸਤਿਗੁਰਾਂ ਨੇ ਪੰਥ ਨਹੀਂ ਸੀ ਸਾਜਿਆ, ਪਰ ਇਹਨਾਂ ਦੇ ਨਾਮ ਨਾਲ ਸਿੰਘ ਸ਼ਬਦ ਲੱਗਦਾ ਸੀ, ਜੋ ਰਾਜਪੂਤ ਰਾਜਸਥਾਨ ਦੇ ਘਰਾਣੇ ਸਨ। ਧਰਮ ਸਿੰਘ ਰਾਜਪੂਤ ਹੈ। ਆਖਣ ਲੱਗਿਆ ਇੱਥੋਂ ਦੇ ਰਾਜੇ ਨੇ ਆਉਣ ਵਾਲੇ ਬਾਹਰ ਦੇ ਜਿੰਨੇ ਵੀ ਲੋਕ ਨੇ, ਮੁਸਾਫਰ ਨੇ, ਸਾਡੇ ਨਗਰ ਨੂੰ, ਸ਼ਹਿਰ ਨੂੰ ਵੇਖਣ ਆਉਂਦੇ ਆ ਨਾ, ਉਹਨਾਂ ਦੇ ਵਾਸਤੇ ਸਾਰੀ ਦੀ ਸਾਰੀ ਖਰੀਦੋ ਫਰੋਖ ਭਾਵ ਸ਼ਾਪਿੰਗ ਫ੍ਰੀ ਕੀਤੀ ਹੋਈ ਹੈ, ਵੀ ਜੋ ਜੀ ਕਰਦਾ ਉਹ ਲੈ ਸਕਦੇ ਨੇ। ਕਿਸੇ ਤੋਂ ਮਾਇਆ ਨਹੀਂ ਮੰਗੀ ਜਾਂਦੀ, ਨਾ ਇੱਥੇ ਮਾਇਆ ਵਸੂਲੀ ਜਾਂਦੀ ਹੈ। ਹਰ ਕਿਉ ਮਰਦਾਨਾ ਬਜ ਭਾਖੇ, ਸ਼ੁਧਾ ਮੁਝੇ ਭੋਜਨ ਕੀ ਕਾਂਖੇ। ਤੇ ਦੂਜੀ ਗੱਲ ਸਾਡੇ ਰਾਜੇ ਦੀ, ਉਹਨੇ ਆਪਣੇ ਦੇਸ਼ ਦੇ ਵਿੱਚ ਮਿੱਠਾ ਬਿਲਕੁਲ ਮੁਫਤ ਕੀਤਾ ਹੋਇਆ। ਭਾਵੇਂ ਕੋਈ ਵਿਦੇਸ਼ੀ ਹੈ, ਭਾਵੇਂ ਕੋਈ ਸਵਦੇਸ਼ੀ ਹੈ, ਕਿਸੇ ਨੇ ਮਠਿਆਈ ਦੀ ਦੁਕਾਨ ਤੇ ਜਾ ਕੇ ਮਿੱਠਾ ਖਰੀਦਣਾ ਹੈ ਤੇ ਮੁਫਤ ਵਿੱਚ ਲੈ ਸਕਦਾ, ਜਿੰਨਾ ਮਰਜ਼ੀ ਖਾਏ, ਕੋਈ ਮਨਾ ਨਹੀਂ ਹੈ, ਕੋਈ ਮੁੱਲ ਨਹੀਂ ਹੈ। ਬਾਕੀ ਚੀਜ਼ਾਂ ਦਾ ਮੁੱਲ ਬਹੁਤ ਬਹੁਤ ਥੋੜਾ ਹੈ, ਪਰ ਵਿਦੇਸ਼ੀਆਂ ਦੇ ਵਾਸਤੇ ਸਾਰਾ ਕੁਝ ਮੁਫਤ ਹੈ। ਹੁਣ ਭਾਈ ਮਰਦਾਨਾ ਜਿਸ ਦੁਕਾਨ ਤੇ ਖੜੇ ਹੈ, ਉਹ ਦੁਕਾਨ ਮਠਿਆਈ ਨਾਲ ਭਰੀ ਹੈ। ਮਨ ਚਾਹਿਆ ਮਨਾ, ਫੇਰ ਤੇ ਆਪਣਾ ਕੰਮ 100% ਹੀ ਬਣਿਆ ਪਿਆ। ਧਰਮ ਸਿੰਘ ਨੂੰ ਆਖਣ ਲੱਗੇ, ਸੱਜਣਾ ਬਾਕੀ ਗੱਲਾਂ ਬਾਅਦ, ਮੈਨੂੰ ਭੁੱਖ ਲੱਗੀ ਹੈ। ਭੁੱਖ ਵੀ ਅੰਤਾਂ ਦੀ ਹੈ, ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦੀ। ਪਰਦੇਸੀ ਮੋਕੋ ਲਖ ਲੀਜੈ, ਆਪਣੋ ਨਾਮ ਬਤਾਵਨ ਕੀਜੈ। ਮੇਰਾ ਨਾਮ ਹੈ ਮਰਦਾਨਾ, ਮੈਨੂੰ ਪਰਦੇਸੀ ਸਮਝ, ਕਿਉਂਕਿ ਉਹਨੇ ਕਿਹਾ ਸੀ ਵੀ ਪਰਦੇਸੀਆਂ ਨੂੰ ਫਾਇਦੇ ਬੜੇ ਆ, ਬੈਨੀਫਿਟ ਬਹੁਤ ਨੇ। ਭਾਈ ਮਰਦਾਨੇ ਨੇ ਹੁੱਬ ਕੇ ਆਖਿਆ, ਕਹਿੰਦਾ ਮੈਂ ਭਾਰਤ ਦੇਸ਼ ਦੇ ਨੇੜੇ ਪੰਜਾਬ ਤੋਂ ਆਇਆ, ਮੈਂ ਵਿਦੇਸ਼ੀ ਹਾਂ, ਪਰਦੇਸੀ ਹਾਂ, ਤੇ ਮੈਨੂੰ ਲੱਗੀ ਹੈ ਭੁੱਖ। ਤੇ ਸੱਜਣਾ ਨਾਲੇ ਆਪਣਾ ਨਾਮ ਦੱਸ ਤੇ ਨਾਲੇ ਮੈਨੂੰ ਕੁਝ ਛਕਾ, ਕਿਉਂਕਿ ਬੋਲਣ ਵਾਲਾ, ਦੱਸਣ ਵਾਲਾ, ਉਹਦੀ ਬੋਲੀ ਬਹੁਤ ਮਿੱਠੀ ਹੈ। ਆਓ ਭਗਤ ਕਹਿੰਦਾ ਹੈ, ਪਿੰਡ ਦੇ ਇੱਕ ਬੰਦੇ ਦੀ ਫਿਰਨੀ ਤੋਂ, ਬੋਲ ਬਾਣੀ ਤੋਂ ਪਤਾ ਲੱਗ ਜਾਂਦਾ ਵੀ ਪਿੰਡ ਕਿੰਨੀ ਕੁ ਕਰਤੂਤਾਂ ਵਾਲਾ ਹੈ। ਜਿਵੇਂ ਸਿਆਣੇ ਕਹਿੰਦੇ ਆ ਨਾ, ਪਿੰਡ ਦੇ ਗੁਹਾਰਿਆਂ ਤੋਂ ਪਤਾ ਲੱਗ ਜਾਂਦਾ ਹੈ ਵੀ ਇੱਥੇ ਕਿਹੋ ਜਿਹੇ ਲੋਕ ਵੱਸਦੇ ਹੋਣੇ। ਭਾਈ ਮਰਦਾਨੇ ਨੇ ਹਿਸਾਬ ਕਿਤਾਬ ਲਾ ਲਿਆ ਵੀ ਬੰਦੇ ਸ਼ਰੀਫ ਹੀ ਨੇ, ਇੱਥੇ ਰਾਖਸ਼ ਨਹੀਂ, ਕਿਉਂਕਿ ਇਹਨਾਂ ਨੂੰ ਬੁਰੇ ਤੋਂ ਬੁਰਾ, ਮਾੜੇ ਤੋਂ ਮਾੜਾ ਵੀ ਟੱਕਰਿਆ ਹੋਇਆ। ਇਸ ਕਰਕੇ ਧਰਮ ਸਿੰਘ ਬੜਾ ਸ਼ਰੀਫ ਮਨੁੱਖ ਹੈ, ਬੜਾ ਸਾਊ ਹੈ। ਉਹਨੇ ਬੜੀ ਆਓ ਭਗਤ ਕੀਤੀ ਆ, ਬੜੇ ਠਰਮੇ ਦੇ ਨਾਲ ਇੱਕ ਪਰਦੇਸੀ ਨਾਲ ਗੱਲ ਕੀਤੀ ਹੈ। ਸੁਨ ਕਰ ਮਾਨਵ ਬਚਨ ਉਚਾਰਾ, ਧਰਮ ਸਿੰਘ ਹੈ ਨਾਮ ਹਮਾਰਾ। ਕਹਿੰਦਾ ਜੀ ਨਾਮ ਤੇ ਮੇਰਾ ਧਰਮ ਸਿੰਘ ਹੈ, ਪਰ ਸਾਡਾ ਸਾਰਾ ਸਵਰਨਪੁਰ ਸੋਨਦੀਪ ਧਰਮੀ ਹੈ। ਇਸ ਸ਼ਹਿਰ ਦੇ ਵਿੱਚ ਕੋਈ ਸ਼ਰਾਬ ਨਹੀਂ ਪੀਂਦਾ, ਇਸ ਨਗਰ ਦੇ ਵਿੱਚ ਕੋਈ ਮਾਸ ਨਹੀਂ ਖਾਂਦਾ। ਤੇ ਜਦੋਂ ਮਾਸ ਤੇ ਸ਼ਰਾਬ ਨਹੀਂ, ਸ਼ਰਾਬ ਹੈ ਲੜਾਈ ਦਾ ਘਰ, ਮਾਸ ਹੈ ਪਾਪ ਦਾ ਘਰ। ਜਿੱਥੇ ਦੋ ਚੀਜ਼ਾਂ ਇਕੱਠੀਆਂ ਹੋ ਜਾਣ, ਸ਼ਰਾਬ ਤੇ ਸ਼ਬਾਬ, ਕਦੇ ਉਸ ਘਰ ਦੇ ਵਿੱਚ ਬਰਕਤ ਹੋ ਸਕਦੀ ਹੈ? ਕਿਤੇ ਰੱਬ ਦੀ ਭਗਤੀ, ਸ਼ਾਂਤੀ, ਇਕਾਗਰਤਾ ਹੋ ਸਕਦੀ ਹੈ? ਨਹੀਂ ਨਾ। ਅੱਜ ਸਾਡਾ ਦੇਸ਼ ਹੈ, ਭਾਵੇਂ ਸਾਡਾ ਹੀ ਸਟੇਟ ਹੈ, ਜਿਸ ਸਟੇਟ ਦੀ ਆਬਕਾਰ ਨੀਤੀ ਵਿੱਚ 80% ਸ਼ਰਾਬ ਦਾ ਹਿੱਸਾ ਹੋਵੇ, ਉਸ ਦੇਸ਼ ਨੂੰ ਤੁਸੀਂ ਕਿਵੇਂ ਕਹਿ ਸਕਦੇ ਹੋ ਪੰਜਾਬ ਨੂੰ ਵੀ ਨਸ਼ਿਆਂ ਤੋਂ ਰਹਿਤ? ਜਿੱਥੇ ਦੀ ਆਮਦਨ ਦੀ ਸਰਕਾਰ ਸ਼ਰਾਬ ਦੇ ਸਿਰ ਤੇ ਚੱਲਦੀ ਹੋਵੇ, ਕਿਵੇਂ ਕਹਿ ਸਕਦੇ ਆ ਪ੍ਰੋਪਰ ਧਰਮੀ ਆ, ਅਸੀਂ ਪੰਜਾਬੀ ਆ, ਅਸੀਂ ਗੁਰਸਿੱਖ ਹਾਂ? ਪਰ ਉੱਥੋਂ ਦਾ ਅਸੂਲ ਸੀ
मांस ते शराब का सेवन सख्त है। जे कोई ऐसा करेगा ਉਹਦੀ ਕੁੱਲ ਤੇ ਪਰਿਵਾਰ ਨੂੰ ਸਜ਼ਾ ਨਹੀਂ ਕਰਦਾ ਕੋਈ। ਹੁਣ ਜਿਹੜੇ ਕ੍ਰਾਈਮ ਸਾਡੇ ਦੇਸ਼ ਵਿੱਚ ਹੁੰਦੇ ਆ, ਇੱਥੇ ਕਿੰਨਾ ਪਾਪ ਹੈ। ਧਰਮ ਦੀ ਬੇਅਦਬੀ ਕਰਨ ਵਾਲੇ ਨੂੰ ਸਿਕਿਉਰਿਟੀ ਮਿਲਦੀ ਹੈ। ਦੁਬਈ 'ਚ ਕਿਉਂ ਨਹੀਂ ਕਰਦਾ ਕੋਈ ਬੇਅਦਬੀ? ਉੱਥੇ ਕਿਉਂ ਨਹੀਂ ਕਰਦਾ? ਉੱਥੇ ਪਤਾ ਹੈ ਕੋਈ ਆਪਣੇ ਧਰਮ ਦਾ ਹੈ, ਗੈਰ ਧਰਮ ਦਾ ਹੈ, ਬੇਅਦਬੀ ਕਰਨ ਵਾਲੇ ਨੂੰ ਕੋਰਟ 'ਚ ਨਹੀਂ ਘੜੀਸਿਆ ਜਾਂਦਾ, ਫਾਸਟ ਟਰੈਕ ਦੇ ਵਿੱਚ ਲਿਜਾ ਕਰਕੇ ਫਾਹੇ ਲਾ ਦਿੱਤਾ ਜਾਂਦਾ। ਡਰਦਾ ਕਰਦਾ ਹੀ ਨਹੀਂ ਕੋਈ, ਨਾ ਕੋਈ ਚੋਰੀ ਕਰੇ, ਨਾ ਕੋਈ ਮਾੜਾ ਕੰਮ ਕਰੇ, ਕਿਉਂਕਿ ਕਾਨੂੰਨ ਸਖਤ ਨੇ। ਪਰ ਇੱਥੇ ਤੁਸੀਂ ਜੋ ਮਾੜਾ ਕਰੋਗੇ ਉਹਨੇ ਮਹਾਨ ਹੋ ਜਾਓਗੇ। ਹੁਣ ਇਸ ਰਾਜੇ ਨੇ ਕਾਨੂੰਨ ਬਣਾ ਦਿੱਤੇ ਚੰਗੇ, ਕੋਈ ਬੰਦਾ ਪਾਪ ਕਰਦਾ ਹੀ ਨਹੀਂ, ਤੇ ਜਿੱਥੇ ਰਹਿਣ ਵਾਲੇ ਲੋਕ ਨੇ ਉਹੋ ਜਿਹੀ ਆਦਤ ਬਣ ਜਾਂਦੀ ਹੈ, ਸੁਭਾਅ ਬਣ ਜਾਂਦਾ ਹੈ। ਕਹਿੰਦੇ ਜੀ ਇੱਥੇ ਮਿਲਦੇ ਆ ਰਾਮ ਰਾਮ ਕਰਕੇ, ਸਭ ਦਾ ਸਨਮਾਨ ਕਰਦੇ ਆ। ਸਾਡੇ ਸ਼ਹਿਰ ਵਿੱਚ ਕੋਈ ਗਰੀਬ ਨਹੀਂ ਹੈ। ਗਰੀਬੀ ਕੋਈ ਕਰਮਾਂ ਦਾ ਰੋਗ ਥੋੜੀ ਹੈ, ਕਰਮਾਂ ਦੀਆਂ ਗੱਲਾਂ ਨਹੀਂ। ਗਰੀਬੀ ਸਾਡੇ ਲੋਕਾਂ ਦੀ ਦੇਣ ਹੈ, ਸਰਕਾਰਾਂ ਦੀ ਦੇਣ ਹੈ। ਜਿਹਨੂੰ ਚਾਹਣ ਉੱਚਾ ਕਰ ਦੇਣ ਤੇ ਜਿਹਨੂੰ ਮਰਜ਼ੀ ਚਾਹਣ ਨੀਵਾਂ ਕਰਕੇ ਰੱਖ। ਲੋਕ ਗਰੀਬ ਕਿਉਂ ਨੇ? ਕਿਉਂਕਿ ਜਾਤਾਂ 'ਚ ਵੰਡੇ ਹੋਏ ਆ, ਮਜ਼੍ਹਬਾਂ 'ਚ ਵੰਡੇ ਹੋਏ ਆ। ਉੱਚੀ ਸੋਚ ਕਦੇ ਰੱਖ ਨਹੀਂ ਸਕਦੇ। ਜਿਸ ਧਰਤੀ ਤੇ ਕੋਟਿਆਂ ਦੇ ਵਿੱਚ ਘੱਟ ਪੜ੍ਹਿਆ ਬੰਦਾ ਵੱਡੀ ਨੌਕਰੀ ਤੇ ਬਹਿ ਸਕਦਾ ਹੈ, ਤੇ 80-90% ਲੈਣ ਵਾਲਾ ਤੇ ਫਿਰ ਆਈਲੈਸ ਕਰਕੇ ਬਾਹਰ ਹੀ ਜਾਊ। ਜਦੋਂ ਇੱਥੇ ਤੇ ਰਾਖਵਾ ਕੋਟਾ ਲਈ ਬੈਠਾ, 10ਵੀਂ ਪਾਸ ਕਰਨ ਵਾਲਾ A ਕਲਾਸ ਆਫੀਸਰ ਤੇ ਪੜ੍ਹਿਆ ਲਿਖਿਆ ਸੈਕਿੰਡ ਥਰਡ ਕਲਾਸ, ਕਿਤੇ ਨਾ ਕਿਤੇ ਇਹ ਕਮੀਆਂ ਨੇ। ਪਰ ਉਸ ਦੇਸ਼ ਵਿੱਚ ਐਸਾ ਨਹੀਂ ਸੀ, ਨਾ ਕੋਈ ਗਰੀਬ ਨਾ ਕੋਈ ਅਮੀਰ। ਕਹਿੰਦੇ ਭਾਈ ਮਰਦਾਨੇ ਨੂੰ ਸੁਣ ਕੇ ਬਹੁਤ ਚੰਗਾ ਲੱਗਾ ਵੀ ਜੇ ਗਰੀਬ ਹੋਣਗੇ ਤੇ ਲੜਾਈਆਂ ਹੋਣਗੀਆਂ, ਅਮੀਰ ਹੋਣਗੇ ਤੇ ਹੰਕਾਰ ਹੋਏਗਾ। ਇੱਥੇ ਸਾਰੇ ਇੱਕੋ ਜਿਹੇ ਹਨ, ਰੱਬ ਰੱਬ ਕਰਦੇ ਨੇ। ਜੋ ਇੱਛਾ ਤਵ ਹਿਰਦੈ ਮਝਾਰਾ, ਲੈ ਦੁਕਾਨ ਤੇ ਖਾਓ ਆਹਾਰਾ। ਇਹਨਾਂ ਦੁਕਾਨਾਂ ਤੇ ਨਾ ਕੋਈ ਗੋਲਕ ਰੱਖੀ ਹੈ, ਨਾ ਕੋਈ ਦਰਵਾਜ਼ਾ ਲੱਗਿਆ, ਕਿਉਂਕਿ ਚੋਰੀ ਨਹੀਂ। ਅੱਜ ਤੋਂ 10 ਸਾਲ ਪਹਿਲਾਂ ਝਾਤ ਮਾਰ ਕੇ ਵੇਖੀਏ, ਸਾਡੇ ਦੇਸ਼ ਵਿੱਚ ਦੱਖਣ ਵਾਲੇ ਪਾਸੇ, ਸਾਊਥ ਵਾਲੇ ਪਾਸੇ ਬੜੇ ਘਰ ਸੀ ਜਿਨ੍ਹਾਂ ਨੂੰ ਤਾਲੇ ਨਹੀਂ ਸੀ। ਅੱਜ ਵੀ ਬੜੀਆਂ ਥਾਵਾਂ ਐਸੀਆਂ ਨੇ। ਕੇਰਲਾ 'ਚ ਜਾ ਕੇ ਦੇਖੋ, ਬੜੀਆਂ ਕੋਠੀਆਂ ਨੇ ਜਿਨ੍ਹਾਂ ਨੂੰ ਲੋਕਾਂ ਨੇ ਕਦੇ ਕੁੰਡੀ ਨਹੀਂ ਲਾਈ, ਕਦੇ ਤਾਲਾ ਨਹੀਂ ਲਾਇਆ। ਤੇ ਇੱਕ ਸਾਡਾ ਪੰਜਾਬ ਹੈ, 4-4 ਤਾਲੇ ਲਾਉਣ ਤੋਂ ਬਾਅਦ ਵੀ ਕਈ ਵਾਰ ATM ਗਏ। ਗੁਰਦੁਆਰੇ ਮੰਦਿਰ ਮਸਜਿਦਾਂ ਵਿੱਚੋਂ CCTV ਲਾ ਕੇ ਵੀ ਜੁੱਤੀ ਗਏ, ਗੋਲਕਾਂ ਗਏ। ਧੰਨ ਆ ਨਾ ਆਪਣੇ ਲੋਕ ਤੇ, ਕਿੱਡੀ ਵੱਡੀ ਕਮਾਈ ਹੈ। ਪਰ ਇਸ ਇਲਾਕੇ ਦੇ ਵਿੱਚ ਨਾ ਕੋਈ ਗੋਲਕ ਸੀ, ਨਾ ਕੋਈ ਗੱਦੀ ਤੇ ਬਹਿੰਦਾ ਹੈ, ਤੇ ਨਾ ਕੋਈ ਕਿਸੇ ਹੱਟ ਤੇ ਦਰਵਾਜ਼ਾ ਲੱਗਾ, ਕਿਉਂਕਿ ਇੱਥੇ ਮਠਿਆਈਆਂ ਸੋਨੇ ਚਾਂਦੀ ਦੇ ਭਾਂਡਿਆਂ 'ਚ। ਭਾਈ ਮਰਦਾਨੇ ਨੂੰ ਬੜੇ ਅਦਬ ਨਾਲ ਕਹਿੰਦਾ, ਤੁਸੀਂ ਮਾਲਕ ਹੋ, ਜੋ ਚਿੱਤ ਕਰਦਾ ਮੈਨੂੰ ਹੁਕਮ ਕਰੋ, ਮੈਂ ਤੁਹਾਨੂੰ ਛਕਾਵਾਂ। ਇਹ ਬੋਲੀ ਉੱਥੋਂ ਤੋਂ ਚੱਲੀ ਹੋਈ ਹੈ। ਕਿਸੇ ਦੁਕਾਨ ਤੇ ਚਲ ਜਾਓ, ਦੁਕਾਨਦਾਰ ਹੱਥ ਜੋੜ ਕੇ ਕਹਿੰਦਾ, ਮਾਲਕੋ ਦੁਕਾਨ ਤੁਹਾਡੀ ਹੈ। ਕਦੇ ਕੋਈ ਚੀਜ਼ ਚੁੱਕ ਕੇ ਭੰਨ ਕੇ ਸੁੱਟ ਕੇ ਵੇਖੀ ਹੋਈ, ਤੁਹਾਡੀ ਹੈ, ਧੱਕੇ ਮਾਰ ਕੇ ਬਾਹਰ ਨਾ ਕੱਢ ਦੇ। ਉਹ ਉਦੋਂ ਤੱਕ ਹੀ ਦੁਕਾਨ ਦੇ ਮਾਲਕ ਤੁਸੀਂ ਹੋ ਜਦੋਂ ਤੱਕ ਪਰਚੀ ਕੱਢ ਕੇ ਪੈਸੇ ਨਹੀਂ ਲੈ ਲੈਂਦਾ। ਤੇ ਦੁਬਾਰਾ ਚੀਜ਼ ਵਾਪਸ ਕਰਨ ਜਾਇਓ ਵੀ ਪੀਸ ਠੀਕ ਨਹੀਂ, ਆਖੇਗਾ ਜੀ ਹੁਣ ਗਰੰਟੀ ਨਹੀਂ, ਕਿ ਨਹੀਂ ਨਹੀਂ ਭਾਈ ਇਹ ਤੇ ਦੁਕਾਨ ਸਾਡੀ ਹੈ। ਫਿਰ ਵੇਖੋ। ਪਰ ਉੱਥੇ ਜਦੋਂ ਭਾਈ ਮਰਦਾਨੇ ਨੂੰ ਕਹਿ ਦਿੱਤਾ ਨਾ ਵੀ ਜੋ ਤੇਰਾ ਜੀ ਕਰਦਾ, ਜਿਹੜੀ ਵਸਤੂ ਤੈਨੂੰ ਪਸੰਦ, ਹੁਕਮ ਕਰ, ਮੈਂ ਤੇਰਾ ਸੇਵਾਦਾਰ ਹਾਂ, ਮਾਲਕ ਹੋ ਤੁਸੀਂ। ਕਹਿੰਦੇ ਭਾਈ ਮਰਦਾਨੇ ਨੂੰ ਅੰਤਾਂ ਦਾ ਚਾਅ ਚੜ ਗਿਆ ਵੀ ਇੱਕ ਤੋਂ ਇੱਕ ਬਰਫੀ, ਗੁਲਾਬ ਜਾਮੁਨ, ਜਲੇਬੀਆਂ, ਖੋਆ ਪਿਆ ਨਿਰਾ, ਤਰ੍ਹਾਂ ਤਰ੍ਹਾਂ ਦੇ ਪਦਾਰਥ ਨੇ। ਇੰਨਾ ਕੁਝ ਕਿੱਥੇ ਛਕਣ ਛਕਾਉਣ ਨੂੰ ਮਿਲਦਾ ਏ। ਇਹ ਠਾਂ ਕਰੇ ਨਾ ਕੋ ਨਾਹੀ, ਵੇਦ ਅਮੋਲੀ ਜੋ ਜੇ ਪਾਹੀ। ਫਿਰ ਭਾਈ ਮਰਦਾਨਾ ਦੁਕਾਨ ਦੇ ਅੰਦਰ ਆਇਆ, ਪੁੱਛਦਾ ਕਹਿੰਦਾ ਮਠਿਆਈ ਨੂੰ ਛੱਡ ਕੇ ਪਰਦੇਸੀ ਬੰਦਾ ਕੁਝ ਵੀ ਲੈ ਲੈ। ਕਹਿੰਦੇ ਜਨਾਬ ਮਹਿੰਗੀ ਤੋਂ ਮਹਿੰਗੀ ਵਸਤੂ, ਸੋਨਾ ਚਾਂਦੀ ਹੀਰੇ ਮੋਤੀ ਹੋਣਗੇ ਨਾ, ਤੁਸੀਂ ਉਹ ਵੀ ਮੁਫਤ 'ਚ ਲੈ ਜਾਓ। ਕਿਸੇ ਨੇ ਤੁਹਾਡੇ ਤੋਂ ਮੁੱਲ ਨਹੀਂ ਵਸੂਲਣਾ, ਕੋਈ ਟੈਕਸ ਨਹੀਂ ਲੱਗਣਾ। ਤੇ ਭਾਈ ਮਰਦਾਨਾ ਸੋਚੇ ਜੇ ਬਾਬਾ ਜੀ ਪੱਕੀ ਇੱਥੇ ਹੀ ਰਹਿ ਜਾਣ, ਇਹ ਤੇ ਥਾਂ ਹੀ ਬੜੀ ਵਧੀਆ। ਪਰ ਅੰਦਰੋਂ ਯਕੀਨ ਜਾਂ ਨਹੀਂ ਹੁੰਦਾ ਵੀ ਆਪਣੀ ਜੇਬ 'ਚ ਆਨਾ ਕੋਈ ਨਹੀਂ, ਕੌਡੀ ਕੋਈ ਨਹੀਂ,
ਪਰ ਦੁਕਾਨਦਾਰ ਏਡੀ ਵੱਡੀ ਗੱਲ ਕਹਿੰਦਾ ਵੀ ਜੋ ਮਰਜ਼ੀ ਰੱਖ ਲਓ, ਸਭ ਕੁਝ ਤੁਹਾਡਾ ਹੈ। दोहरा मोको दे निज हाथ सो, तबले कर कश खाओ, बिन पछाण क्यों ले सको, मांगत हाँ शर्माओ। ਭਾਈ ਮਰਦਾਨਾ ਜੀ ਕਹਿੰਦੇ ਸੱਜਣਾ ਫਿਰ ਏਦਾਂ ਕਰ, ਆਪਣੇ ਹੱਥ ਨਾਲ ਮੈਨੂੰ ਆਹ ਮਠਿਆਈਆਂ ਪਾ ਕੇ ਦੇ ਦੇ। ਉਹ ਕਹਿੰਦਾ ਤੁਸੀਂ ਆਪ ਲੈ ਲਓ ਮਾਲਕ ਨੂੰ। ਕਹਿੰਦਾ ਨਾ, ਅੰਦਰ ਪਤਾ ਕੀ ਚੱਲਦਾ ਹੈ ਵੀ ਜੇ ਮੈਂ ਆਪਣੀ ਮਰਜ਼ੀ ਨਾਲ ਮਠਿਆਈ ਚੁੱਕ ਲਈ, ਬਾਅਦ ਚੋਂ ਆਖੇ ਪੈਸੇ ਦੇ ਕੇ ਜਾਓਗੇ, ਫਿਰ ਤੇ ਔਖਾ ਹੋ ਜਾਊਗਾ ਨਾ। ਜੇ ਇਹਨੇ ਕਹਿਤਾ ਵੀ ਮੈਂ ਪਾ ਕੇ ਦਿੰਨਾ, ਫਿਰ ਮੈਂ ਉਧਾਰ ਵੀ ਕਰ ਸਕਦਾ ਜੀ, ਤੁਸੀਂ ਧੱਕੇ ਨਾਲ ਮੈਨੂੰ ਸ਼ਿਕਾਇਆ, ਮੈਨੂੰ ਤੇ ਇੰਨੀ ਭੁੱਖ ਨਹੀਂ ਸੀ, ਕਿਤੇ ਨਾ ਕਿਤੇ ਡਰ ਹੈ। ਪਰ ਉਸ ਵੇਲੇ ਉਹਨੇ ਸਪਸ਼ਟ ਕਹਿ ਦਿੱਤਾ ਜੋ ਤੁਹਾਡਾ ਚਿੱਤ ਕਰਦਾ ਚੁੱਕ ਲਵੋ। ਭਾਈ ਮਰਦਾਨਾ ਕਹਿੰਦਾ ਨਹੀਂ, ਤੁਸੀਂ ਆਪਣੇ ਹੱਥ ਨਾਲ ਪਾ ਕੇ ਦਿਓ। ਪਰ ਭਾਈ ਮਰਦਾਨੇ ਨੂੰ ਧਰਮ ਸਿੰਘ ਨੇ ਕਹਿ ਦਿੱਤਾ ਇੱਥੇ ਅਸੂਲ ਨਹੀਂ ਹੈ, ਆਪਣੀ ਮਰਜ਼ੀ ਨਾਲ ਜੋ ਜੋ ਜੀ ਕਰਦਾ ਹੈ ਵਸਤੂਆਂ ਇਕੱਠੀਆਂ ਕਰ ਲਵੋ। ਚੌਪਈ ਧਰਮ ਸਿੰਘ ਸੁਨ ਬੈਨ ਉਚਾਰਾ, ਹਾਂ ਲੈ ਦੇਵੋ ਚਲੋ ਆਹਾਰਾ। ਇੱਥੇ ਕੁਝ ਮਠਿਆਈਆਂ ਲਈਆਂ, ਭਾਈ ਮਰਦਾਨਾ ਕਹਿੰਦਾ ਮੇਰਾ ਮਠਿਆਈਆਂ ਨਾਲ ਕੁਝ ਨਹੀਂ ਬਣਨਾ, ਮੈਨੂੰ ਭੋਜਨ ਵੀ ਲੈ ਕੇ ਦਿਓ, ਰੋਟੀ। ਅਜੇ ਨਵੇਂ ਨਵੇਂ ਆਏ ਆ, ਇਸ ਨਗਰ ਬਾਰੇ ਸ਼ਹਿਰ ਬਾਰੇ ਨਹੀਂ ਪਤਾ। ਧਰਮ ਸਿੰਘ ਕਹਿੰਦਾ ਚੱਲ ਫਿਰ ਮੇਰੇ ਨਾਲ। ਧਰਮ ਸਿੰਘ ਲੈ ਕੇ ਵੱਡੀਆਂ ਦੁਕਾਨਾਂ ਤੇ ਆ ਗਿਆ, ਜਿੱਥੇ ਫਲ ਵੀ ਨੇ, ਮਠਿਆਈਆਂ ਵੀ ਨੇ, ਭੋਜਨ ਵੀ ਪੱਕਦਾ, ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਨੇ। ਭਾਈ ਮਰਦਾਨੇ ਨੂੰ ਭੁੱਖ ਸੀ ਪ੍ਰਸ਼ਾਦੇ ਦੀ, 36 ਪ੍ਰਕਾਰ ਦੇ ਭੋਜਨ ਮਿਲ ਜਾਣ। ਧਰਮ ਸਿੰਘ ਨਾਲ ਆ ਗਿਆ, ਕਹਿੰਦਾ ਮਰਦਾਨਿਆ ਜੋ ਜੀ ਕਰਦਾ ਚੁੱਕ ਲੈ। ਕਹਿੰਦਾ ਨਹੀਂ, ਤੁਸੀਂ ਆਪਣੇ ਹੱਥ ਨਾਲ ਪਾ ਦਿਓ। ਕਿਤੇ ਨਾ ਕਿਤੇ ਯਕੀਨ ਜਿਹਾ ਨਹੀਂ ਹੋ ਰਿਹਾ ਵੀ ਇਦਾਂ ਵੀ ਹੁੰਦਾ ਹੈ। ਅੱਜ ਵੀ ਬੜੀਆਂ ਧਰਤੀਆਂ ਐਸੀਆਂ ਨੇ, ਬੜੇ ਦੇਸ਼ ਐਸੇ ਨੇ, ਜਦੋਂ ਉੱਥੋਂ ਦੀ ਕੋਈ ਗੱਲ ਤੁਹਾਨੂੰ ਦੱਸਿਆ ਕਿ ਤੁਸੀਂ ਨਹੀਂ ਜਾਣਦੇ, ਬੜੇ ਹੈਰਾਨ ਹੋ ਕੇ ਪੁੱਛਦੀ, ਅੱਛਾ ਉੱਥੇ ਇਦਾਂ ਵੀ ਹੋ ਜਾਂਦਾ ਹੈ, ਐਵੇਂ ਕਿਵੇਂ? ਤੁਹਾਨੂੰ ਕੋਈ ਆਖੇ ਵੀ ਫਲਾਣਾ ਦੇਸ਼ ਹੈ, ਉੱਥੇ ਕਿਸੇ ਨੇ ਜਿੰਦਰੇ ਨਹੀਂ ਲਾਏ, ਤਾਲੇ ਨਹੀਂ ਲਾਏ, ਸਭ ਕੁਝ ਇਦਾਂ ਹੀ ਪਿਆ। ਅੱਜ ਵੀ ਜਾ ਕੇ ਵੇਖ ਲਓ, ਇਟਲੀ ਦੇ ਕੁਝ ਸ਼ਹਿਰ ਐਸੇ ਨੇ ਜਿੱਥੇ ਲੋਕਾਂ ਨੇ ਫਰਿੱਜ 'ਚ ਬੜਾ ਕੁਝ ਰੱਖਿਆ, ਮਿਲਾਨੋ ਵਰਗੇ ਸ਼ਹਿਰ, ਜਾ ਕੇ ਵੇਖ ਲਓ। ਜੋ ਮਰਜ਼ੀ ਚੱਕੋ, ਜੋ ਮਰਜ਼ੀ ਖਾਓ, ਉੱਥੇ ਹੀ ਰੱਖ ਦਿਓ। ਬੜੀਆਂ ਕੰਟਰੀਜ਼ ਵਿੱਚ ਐਸਾ, ਯੂਰਪ ਦੇ ਵਿੱਚ। ਪਰ ਜੇ ਸਾਡੇ ਵਾਲੇ ਪਹੁੰਚ ਗਏ ਨਾ, ਇਹਨਾਂ ਦਾ ਤੇ ਇਹ ਨਹੀਂ ਪਤਾ ਵੀ ਲੱਗਾ ATM ਵੀ ਨਾਲ ਫੜ ਲੈਣਾ। ਸਤਨਾਮ। ਉੱਥੇ ਤੇ ਗੋਰਿਆਂ ਦੀ ਇਮਾਨਦਾਰੀ ਆ ਨਾ, ਜੰਗਲਾਂ ਵਿੱਚ ਉਹਨਾਂ ਨੇ ਸਟਾਲ ਲਾਏ ਹੋਏ ਆ, ਕੋਲੇ ਗੋਲਕਾਂ ਰੱਖੀਆਂ ਹੋਈਆਂ ਨੇ, ਖਾਓ ਆਪਣੀ ਮਰਜ਼ੀ ਨਾਲ, ਪੈਸੇ ਪਾ ਜਾਓ। ਤੇ ਜੇ ਸਾਡੇ ਵਾਲਾ ਲਾਣਾ ਪਹੁੰਚ ਗਿਆ, ਧੱਕੇ ਜੜ ਗਿਆ ਉੱਥੇ, ਇਹਨਾਂ ਕਹਿਣਾ ਵੀ ਗੱਡੀ ਭਰੋ ਸਮਾਨ ਦੀ, ਉਹ ਸਾਰਾ ਕੁਝ ਚੱਕੋ, ਮੁਫਤ 'ਚ ਹੈ। ਬੇਈਮਾਨਾ ਤੇ ਹੈ ਨਾ ਕਿਤੇ, ਉਹਨਾਂ ਲੋਕਾਂ 'ਚ ਨਹੀਂ ਹੈ। ਇਸੇ ਤਰ੍ਹਾਂ ਭਾਈ ਮਰਦਾਨਾ ਹੈਰਾਨ, ਕਦੇ ਵੇਖਿਆ ਨਹੀਂ ਇੱਥੇ ਤੇ ਕੀ ਹਾਲ ਸੀ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਅਵਤਾਰ ਹੋਇਆ ਹੈ, ਭਾਈ ਗੁਰਦਾਸ ਲਿਖਦੇ ਆ ਨਾ, ਕਹਿੰਦੇ ਮਿੱਟੀ ਧੁੰਦ ਜਗ ਚਾਨਣ ਹੋਆ। ਇਹ ਤੋਂ ਪਹਿਲਾਂ ਧੁੰਦ ਕਿਹੜੀ ਪੈ ਰਹੀ ਸੀ? ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਏ, ਬ੍ਰਾਹਮਣ ਵੀ ਬੇਈਮਾਨ, ਕਾਜੀ ਵੀ ਬੇਈਮਾਨ। ਇਹ ਧਰਮ ਦੇ ਵੱਡੇ ਲੋਕ ਸੀ। ਜਦੋਂ ਧਰਮੀ ਬੇਈਮਾਨ ਹੋਣ ਤੇ ਆਮ ਪ੍ਰਜਾ ਤੋਂ ਇਮਾਨਦਾਰੀ ਦੀ ਆਸ ਕਿੱਥੋਂ ਰੱਖੋਗੇ? ਜੇ ਧਾਰਮਿਕ ਥਾਵਾਂ ਤੇ ਝੂਠ ਬੋਲਣਾ, ਠੱਗੀ ਮਾਰਨੀ ਸਿਖਾਈ ਜਾਵੇ, ਧਰਮ ਦੀ ਆੜ ਵਿੱਚ ਮਾੜੇ ਕੰਮ ਕੀਤੇ ਜਾਣ, ਤੇ ਸ਼ਰਾਬੀ ਬੰਦੇ ਨੂੰ ਕਿਵੇਂ ਆਖੋਗੇ ਉਹ ਤੂੰ ਝੂਠ ਬੋਲਦਾ? ਕਹਿੰਦਾ ਲੈ ਤੁਹਾਡੇ ਧਰਮੀ ਬੋਲੀ ਜਾਂਦੇ। ਕੀ ਜਵਾਬ ਆ ਫਿਰ? ਗੁਰੂ ਨਾਨਕ ਸਾਹਿਬ ਮਹਾਰਾਜ ਵੇਖ ਰਹੇ ਸੀ, ਜਾਣਦੇ ਸੀ ਭਾਈ ਮਰਦਾਨਾ ਅੱਜ ਬਹੁਤ ਖੁਸ਼ ਹੈ। ਧਰਮ ਸਿੰਘ ਨਾਲ ਆਇਆ, ਕਹਿੰਦੇ ਜਿਹੜੇ ਜਿਹੜੇ ਪਕਵਾਨ ਨੂੰ ਹੱਥ ਲਾਈ ਜਾਏ ਉਹ ਇਕੱਠਾ ਕਰੀ ਗਏ। ਵੱਡੇ ਵੱਡੇ ਝੋਲੇ ਭਰਦੇ, ਬਰਤਨ ਭਰਦੇ ਉਹਨੇ। ਪਰ ਮਰਦਾਨਾ ਜੀ ਨੂੰ ਫਿਕਰ ਪਿਆ ਹੋਇਆ ਹੈ ਵੀ ਜੇ ਕਿਤੇ ਨਾ ਕਿਤੇ ਮੁੱਲ ਮੰਗ ਲਿਆ, ਕੰਮ ਔਖਾ ਹੋ ਜਾਣਾ ਏ। ਹੋਏ ਔਰ ਜੀਤੇ ਤੁਝ ਸੰਗਾ, ਲੈ ਜਾਵੋ ਤਿਨ ਹੇਤ ਨਿਸ਼ੰਗਾ। ਵੱਡਾ ਸਾਰਾ ਝੋਲਾ ਪਦਾਰਥਾਂ ਨਾਲ ਭਰ ਦਿੱਤਾ, ਪੈਕ ਕਰਕੇ ਸਾਰਾ ਕੁਝ। ਤੇ ਧਰਮ ਸਿੰਘ ਕਹਿੰਦਾ ਜੇ ਤੇਰੇ ਨਾਲ ਤੇਰੇ ਹੋਰ ਸਾਥੀ ਨੇ, ਮੈਨੂੰ ਦੱਸ, ਮੈਂ ਉਹਨਾਂ ਦਾ ਭੋਜਨ ਪੈਕ ਕਰ ਦਿਆਂ। ਭਾਈ ਮਰਦਾਨਾ ਮੂੰਹ ਵੱਲ ਵੇਖ ਕੇ ਧਰਮ ਸਿੰਘ ਦੇ, ਅੱਛਾ ਇਹ ਤੇ ਲੰਗਰਾਂ ਤੋਂ ਵੀ ਵੱਡਾ ਕੰਮ ਹੈ। ਅੱਜ ਮਿਲ ਜੇ ਕਿਤੇ ਇਹੋ ਜੀ ਦੁਕਾਨ, ਆਪਾਂ ਬਹਿ ਜਾਂਗੇ ਘਰੇ, ਦੇ ਗੇੜੇ ਤੇ ਗੇੜਾ ਯਾਰ, ਮੁਫਤ ਹੈ। ਦੁਨੀਆ ਦੀ ਤੇ ਹਾਲਤ ਐਸੀ ਹੈ ਕਿ ਇੱਕ ਚੀਜ਼ ਨਾਲ ਇੱਕ ਫ੍ਰੀ ਲਿਖੀ ਹੋਵੇ ਨਾ, ਲੋੜ ਵੀ ਨਾ ਹੋਵੇ। 20% 50% ਦੇ ਚੱਕਰਾਂ 'ਚ ਬੇਲੋੜੀ ਚੀਜ਼ ਵੀ ਖਰੀਦ ਕੇ ਰੱਖ ਲੈਂਦੇ ਆ, ਵੇਸਟ ਭਰੇ ਪਏ ਸਟੋਰ ਕਬਾੜ ਨਾਲ, ਇਕੱਠਾ ਕਰ ਕਰ ਰੱਖੀ ਜਾਣਾ। ਲੈ ਇੱਕ ਨਾਲ ਇੱਕ ਬਰੱਸ਼ ਫ੍ਰੀ ਹੈ, 3 ਸਾਬਣਾਂ ਨਾਲ 1 ਸਾਬਣ ਫ੍ਰੀ, ਚੱਕ ਘਰੇ। ਲਾਲਚ ਆ ਨਾ,
ਤੇ ਕੰਪਨੀਆਂ ਨੂੰ ਪਤਾ ਹੈ ਚੀਜ਼ ਉਹਨੇ ਦੀ ਹੁੰਦੀ ਹੈ, ਮਾਰਕਾ ਉਹਨੇ ਦਾ ਹੀ ਹੈ। ਇੱਕ ਤਰੀਕਾ ਜੇਬ ਨੂੰ ਹਿਲਾਉਣ ਦਾ ਤੇ ਤੁਹਾਨੂੰ ਭਰਮਾਉਣ ਦਾ, ਪਰ ਉਸ ਵੇਲੇ ਤੇ ਸਾਰਾ ਕੁਝ ਹੀ ਮੁਫਤ। ਇਹ ਕਹਿ ਲਓ ਵੀ ਭਾਈ ਮਰਦਾਨਾ ਜੀ ਨੂੰ ਇਸ ਗੱਲ ਤੇ ਵਿਸ਼ਵਾਸ ਨਹੀਂ ਹੋ ਰਿਹਾ, ਪਰ ਧਰਮ ਸਿੰਘ ਕਹਿੰਦਾ ਏ ਤੂੰ ਆਪਣੇ ਸਾਥੀਆਂ ਲਈ ਵੀ ਜੋ ਮਰਜ਼ੀ ਲੈ ਜਾ, ਸੋਹਣੇ ਸੋਹਣੇ ਕੱਪੜੇ ਲੈ ਜਾ, ਸੋਹਣੀ ਜੁੱਤੀ ਲੈ ਜਾ, ਚੰਗਾ ਭੋਜਨ ਪਕਵਾਨ ਲੈ ਜਾ। तेह के संग कहत मर्दाना, संगी दोए करे नह खाना। ਭਾਈ ਮਰਦਾਨਾ ਕਹਿੰਦਾ ਮੇਰੇ ਦੋ ਸਾਥੀ ਨਾਲ ਨੇ ਪਰ ਦੋਨੇ ਕੁਝ ਨਹੀਂ ਖਾਂਦੇ, ਤੁਸੀਂ ਮੈਨੂੰ ਹੀ ਛਕਾ ਦਿਓ। ਆਖੋ ਸਤਨਾਮ। ਕਿਤੇ ਨਾ ਕਿਤੇ ਖਿਆਲ ਹੈ ਵੀ ਜੇ ਆਪਾਂ ਫੜੇ ਗਏ ਤੇ ਦੋ ਜਿਹੜੇ ਨਾਲ ਨੇ ਉਹਨਾਂ ਨੂੰ ਥੋੜੀ ਫਸਾਉਣਾ। ਮੈਂ ਫੜਿਆ ਗਿਆ, ਮੈਨੂੰ ਬਾਬਾ ਜੀ ਛੜਾ ਤੇ ਲੈਣਗੇ ਨਾ, ਵੀ ਚੱਲ ਬਈ ਬਾਲਿਆ ਭਾਈ ਮਰਦਾਨੇ ਨੂੰ ਕਿਸੇ ਨੇ ਫੜ ਲਿਆ, ਛਡਾਉਣ ਚੱਲੀਏ। ਕਹਿੰਦਾ ਮੇਰੇ ਸਾਥੀ ਕੁਝ ਨਹੀਂ ਖਾਂਦੇ, ਨਾ ਭੁੱਖ ਲੱਗੇ ਨਾ ਪਿਆਸ ਲੱਗੇ। ਧਰਮ ਸਿੰਘ ਇਹਦੇ ਮੂੰਹ ਵੱਲ ਵੇਖੇ ਵੀ ਉਹ ਕਿਹੋ ਜਿਹੇ ਸਾਥੀ ਨੇ ਜਿਹਨਾਂ ਨੂੰ ਭੁੱਖ ਨਹੀਂ ਲੱਗਦੀ। ਬੰਦੇ ਦਾ ਤੇ ਫਰਜ਼ ਆ ਨਾ ਸਰੀਰ ਦਾ ਭੁੱਖ ਪਿਆਸ ਲੱਗਣਾ। ਉਹ ਸੁਣ ਗੱਲਾਂ ਇਹ ਤੋਂ ਹੈਰਾਨ ਹੋਵੇ, ਭਾਈ ਮਰਦਾਨਾ ਉਹਦੀਆਂ ਸੁਣ ਕੇ ਹੈਰਾਨ ਹੋਈ ਜਾਵੇ ਵੀ ਇੱਥੇ ਇੰਨੀਆਂ ਦੁਕਾਨਾਂ ਚੱਲਦੀਆਂ ਨੇ, ਪੈਸੇ ਲੈਂਦਾ ਕੋਈ ਨਹੀਂ। ਚਿੰਤਾ ਲੱਗੀ ਹੋਈ ਵੀ ਦੁਕਾਨਦਾਰ ਫਿਰ ਕਮਾਈ ਕਾਹਦੀ ਕਰਦੇ, ਬੈਠੇ ਕਿਉਂ ਨੇ ਇੱਥੇ? ਕਿਤੇ ਨਾ ਕਿਤੇ ਕੈਲਕੂਲੇਸ਼ਨ ਤਾਂ ਕਰ ਰਹੀ ਹੈ। ਦੋਨੇ ਪਾਸੇ ਇੱਕ ਦੂਜੇ ਤੋਂ ਅਸਚਰਜ ਹਨ। तुम चल कर मुझको ले दीजै, शुदा उधर बहुत दूर करीजै। ਕੁਝ ਪਦਾਰਥ ਭੋਜਨ ਲਿਆ ਏ ਤੇ ਫਿਰ ਭਾਈ ਧਰਮ ਸਿੰਘ ਲੈ ਕੇ ਮਰਦਾਨਾ ਜੀ ਨੂੰ ਦੂਜੀ ਗਲੀ 'ਚ ਆ ਗਿਆ। ਤਾਂ ਜੋ ਕਿਸੇ ਦੁਕਾਨ ਦੀ ਕੋਈ ਚੀਜ਼ ਮਸ਼ਹੂਰ ਹੁੰਦੀ ਹੈ, ਕਿਸੇ ਦਾ ਕੁਛ ਹੁੰਦਾ, ਕਿਸੇ ਦਾ ਕੁਛ ਹੁੰਦਾ ਜੋ ਉਹਨਾਂ ਸਮਿਆਂ 'ਚ ਫੇਮਸ ਹੈ। ਕਿਸੇ ਦੀ ਜਲੇਬੀ, ਕਿਸੇ ਦੇ ਲੱਡੂ, ਕਿਸੇ ਦੀ ਬਰਫੀ ਲੈ ਕੇ ਜਾਂਦਾ ਹੈ ਮਰਦਾਨਿਆ, ਇੱਥੋਂ ਦੀ ਆਹ ਚੀਜ਼ ਬਹੁਤ ਸਵਾਦ ਹੈ। ਕਹਿੰਦਾ ਕਰ ਪੈਕ ਪਾ ਝੋਲੇ 'ਚ, ਚੱਲ ਲੱਗੇ। ਹੁਣ ਉਹਨਾਂ ਸਮਿਆਂ ਦੇ ਵਿੱਚ ਖੁਰਾਕਾਂ ਬਹੁਤ ਸੀ ਤੇ 6-7 ਦਿਨਾਂ ਦੀ ਭੁੱਖ ਹੈ ਤੇ ਫਿਰ ਇਹਨਾਂ ਤੇ ਜਾਇਜ਼ ਹੀ ਹੈ। ਕਿਤੇ ਇੱਕ ਦੁਕਾਨ ਤੋਂ ਨਿਕਲਿਆ ਕਰਨ, ਦੂਜੀ 'ਚ ਵੜ ਜਿਆ ਕਰਨ, ਦੂਜੀ 'ਚੋਂ ਨਿਕਲਿਆ ਕਰਨ, ਤੀਜੀ 'ਚ ਵੜ ਜਿਆ ਕਰਨ। ਭਾਈ ਮਰਦਾਨੇ ਨੂੰ ਤਾਂ ਖੁਸ਼ਬੂ ਵੇਖ ਕੇ, ਬਾਜ਼ਾਰ ਵੇਖ ਕੇ ਸੋਹਣਾ ਲੱਗੀ ਜਾਏ। ਸੋਨੇ ਦੇ ਭਾਂਡਿਆਂ 'ਚ ਪਦਾਰਥ, ਕਿਸੇ ਦੁਕਾਨ ਤੇ ਕੋਈ ਤਾਲਾ ਨਹੀਂ, ਕੋਈ ਦਰਵਾਜ਼ਾ ਨਹੀਂ। ਹਰ ਦੁਕਾਨਦਾਰ ਆਏ ਦੀ ਆਓ ਭਗਤ ਕਰਦਾ ਏ। अस कह आगे कीन पियाना, ਠਾਂਡੇ पे एक जाए दुकाना। ਚੱਲਦੇ ਚੱਲਦੇ ਕਹਿੰਦੇ ਇੱਕ ਵੱਡੀ ਦੁਕਾਨ ਤੇ ਆਣ ਖੜੇ ਹੋਏ। ਭਾਈ ਮਰਦਾਨਾ ਦੀ ਵੇਖ ਕੇ ਬੜੇ ਖੁਸ਼, ਕਹਿੰਦੇ ਇੱਥੇ ਹਰ ਪ੍ਰਕਾਰ ਦਾ ਪਦਾਰਥ ਸੀ, ਮਿੱਠਾ, ਸਲੂਣਾ, ਨਮਕੀਨ, ਕੁਸੈਲਾ, ਹਰ ਮਠਿਆਈ ਦਾ ਅਲੱਗ-ਅਲੱਗ ਸਵਾਦ ਹੁੰਦਾ ਹੈ। ਉਹ ਕਹਿੰਦਾ ਵੀ ਆਹ ਦੁਕਾਨ ਦੀ ਹਰ ਚੀਜ਼ ਚੰਗੀ ਹੈ। ਮਰਦਾਨਿਆ ਇੱਕ ਵਾਰ ਖਾ ਕੇ ਵੇਖ, ਤੇਰਾ ਸ਼ਹਿਰ ਛੱਡਣ ਨੂੰ ਨਹੀਂ ਕਰਦਾ। ਤੇ ਭਾਈ ਮਰਦਾਨਾ ਕਹਿੰਦਾ ਬਾਬਾ ਸਵਰਗ ਜੀ ਆ ਗਏ। ਬਹੁਤ ਖੁਸ਼ ਆ ਅੰਦਰੋਂ ਵੀ ਇਹੋ ਜਿਹਾ ਸ਼ਹਿਰ ਕਿੱਥੇ ਮਿਲਿਆ। ਉੱਥੇ ਤੇ ਰਾਖਸ਼ ਫਲ ਤੋੜਨ ਪਿੱਛੇ ਘੜੀਸੀ ਫਿਰਦੇ ਸੀ, ਇੱਥੇ ਤੇ ਹੱਥ ਜੋੜੀ ਫਿਰਦੇ ਦੁਕਾਨਦਾਰ, ਜੋ ਮਰਜ਼ੀ ਖਾ, ਤੇਰੀ ਦੁਕਾਨ ਹੈ। ਅਸਲ 'ਚ ਨਜ਼ਾਰਾ ਹੀ ਅੱਜ ਆਇਆ, ਗੱਲ ਹੀ ਅੱਜ ਬਣੀ ਹੈ। ਆਪਾਂ ਕਿਸੇ ਵੀ ਦੁਕਾਨ ਤੇ ਜਾਈਏ, ਜਿਹੜਾ ਕਹੂਗਾ ਨਾ ਤੁਹਾਡੀ ਆਪਣੀ ਦੁਕਾਨ ਆ, ਬਸ ਬਚ ਜਾਓ, ਟਾਈਮ ਨਾਲ ਨਿਕਲ ਜਾਓ। 500 ਵਾਲੀ ਚੀਜ਼ ਤੁਹਾਨੂੰ 800 'ਚ ਚੇਪੂਗਾ। ਇਹ ਧਿਆਨ ਰੱਖਿਓ, ਜਿਹੜਾ ਤੁਹਾਨੂੰ ਕਹੇ ਤੁਹਾਡੀ ਆਪਣੀ ਦੁਕਾਨ ਆ, ਉਹਨੇ ਆਪਣੀ ਦੁਕਾਨ ਦਾ ਹਿੱਸਾ ਪਵਾ ਲਿਆ ਤੁਹਾਡੇ ਤੋਂ, ਨਿਕਲ ਜਾਓ ਬੈਠੇ। ਫਿਰ ਭਾਈ ਮਰਦਾਨਾ ਹੈਰਾਨ ਬੜਾ ਵੀ ਅੱਜ ਤੱਕ ਸਾਡੇ ਸ਼ਹਿਰ ਦੇ ਵਿੱਚ ਉਧਾਰ ਹੀ ਹੋਇਆ, ਵਾਧਾ ਘਾਟਾ ਹੋਇਆ, ਲੜੋ ਲੜਾਈਆਂ ਹੋਈਆਂ ਨੇ। ਇੱਥੇ ਦਾ ਹਰ ਦੁਕਾਨਦਾਰ ਇੰਨੇ ਪਿਆਰ ਨਾਲ ਪੇਸ਼ ਆਉਂਦਾ, ਵਾਕਈ ਇੱਥੋਂ ਦਾ ਰਾਜਾ ਤੇ ਰੱਬ ਵਰਗਾ ਹੋਣਾ। ਪਰ ਧਰਮ ਸਿੰਘ ਆਪਣੇ ਰਾਜੇ ਦੀਆਂ ਸਿਫਤਾਂ, ਆਪਣੇ ਰਾਜੇ ਦੀਆਂ ਸਿਫਤਾਂ। ਹੁਣ ਆਪਾਂ ਕਿਤੇ ਫੋਰਨ ਚੱਲ ਜਾਈਏ, ਕੋਈ ਇੰਡੀਆ ਦੀ ਗੱਲ ਕਰੇ, ਮੈਨੂੰ ਲੱਗਦਾ ਹੈ ਵੀ ਜਿੰਨੇ ਇੱਥੇ ਕਹਿੰਦੇ ਆ ਨਾ ਮੇਰਾ ਭਾਰਤ ਮਹਾਨ, ਅਮਰੀਕਾ ਜਾ ਕੇ, ਕੈਨੇਡਾ ਜਾ ਕੇ ਗਾਲਾਂ ਕੱਢਦੇ 90% ਕਹਿੰਦੇ ਯਾਰ ਕੁਛ ਨਹੀਂ, ਸੜਕਾਂ ਦਾ ਬੁਰਾ ਹਾਲ ਹੈ, ਮੈਡੀਕਲ ਸਿਸਟਮ ਬੁਰਾ ਹਾਲ ਹੈ, ਫਲਾਣਾ ਕੰਮ ਇਹ ਹੈ। ਉੱਤੋਂ ਇੱਥੇ ਮੇਰਾ ਭਾਰਤ ਮਹਾਨ, ਉੱਥੇ ਜਾ ਕੇ ਸੁਣੋ ਇਹਨਾਂ ਤੋਂ ਕੀ ਬੋਲਦੇ ਆ। ਕਿਤੇ ਨਾ ਕਿਤੇ ਅੰਦਰੋਂ ਕਹਿੰਦੇ ਆ ਵੀ ਸਰਕਾਰਾਂ ਮਾੜੀਆਂ ਨੇ, ਸਿਸਟਮ ਮਾੜਾ ਹੈ। ਪਰ ਇੱਥੋਂ ਦਾ ਰਾਜਾ ਕਿੰਨਾ ਚੰਗਾ ਹੈ, ਜਿਹਦੀ ਤਾਰੀਫ ਹਰ ਦੁਕਾਨਦਾਰ ਅੱਜ ਪਿੱਠ ਪਿੱਛੋਂ ਵੀ ਕਰਦਾ ਏ। ਧਰਮ ਸਿੰਘ ਕਹਿ ਕੇ ਤਿਸ ਤਾਈ, ਅਸਨ ਦਿਵਾਇਓ ਸੇਰ ਅਢਾਈ। ਕਹਿੰਦੇ 2.5 ਸੇਰ ਭੋਜਨ ਥੋੜਾ ਨਹੀਂ ਹੁੰਦਾ। ਕਿਤੇ 16 ਕਿਲੋ ਦਾ ਸੇਰ ਹੁੰਦਾ, ਕਿਤੇ 8 ਕਿਲੋ ਦਾ ਹੁੰਦਾ, ਕਿਤੇ 4 ਕਿਲੋ ਦਾ ਹੁੰਦਾ, ਆਪਣੇ ਆਪਣੇ ਹਿਸਾਬ ਨਾਲ ਹੁੰਦਾ। ਕਹਿੰਦੇ 2.5 ਸੇਰ
ਭਾਈ ਮਰਦਾਨੇ ਨੂੰ ਭੋਜਨ ਲੈ ਕੇ ਦੇਤਾ, ਉਹਦੇ ਵਿੱਚ ਹੀ ਮਠਿਆਈਆਂ, ਵਿੱਚ ਹੀ ਪਦਾਰਥ। ਉੱਥੇ ਤੇ ਭਾਵੇਂ ਉਹ ਗੱਡਾ ਭਰ ਲੇ, ਪਰ ਉਹਨੇ ਆਪਣੇ ਲਈ ਲਿਆ। ਝੋਲਾ ਭਰਿਆ ਭਾਈ ਮਰਦਾਨੇ ਨੇ, ਬਸ ਇਹ ਜੀ ਕਰਦਾ ਵੀ ਹੁਣ ਮੈਨੂੰ ਕੱਲਾ ਛੱਡ ਦੇ, ਕਿਤੇ ਬੈਠ ਕੇ ਰੱਜ ਰੱਜ ਭੋਜਨ ਛਕਾਂ। सुप्रसन्न खावे मर्दाना, उदर अघाए पियो पुन पाना। 2.5 ਸੇਰ ਭੋਜਨ ਇਕੱਠਾ ਕਰਕੇ ਭਾਈ ਮਰਦਾਨਾ ਇੱਕ ਥਾਵੇਂ ਬਹਿ ਗਿਆ, ਪਰ ਲੈ ਕੇ ਰੱਬ ਦਾ ਨਾਮ। ਕੱਲੀ ਕੱਲੀ ਚੀਜ਼ ਖਾਵੇ ਅੱਖਾਂ ਬੰਦ ਕਰ ਕਰਕੇ, ਨਜ਼ਾਰੇ ਦਾ ਨਜ਼ਾਰਾ, ਰਸ ਦਾ ਰਸ, ਸਵਾਦ ਦਾ ਸਵਾਦ। ਵੇਖ, ਭੁੱਖ ਲੱਗੀ ਹੋਵੇ ਨਾ, ਹਰ ਚੀਜ਼ ਦਾ ਸਵਾਦ ਹੀ ਵੱਖਰਾ ਹੁੰਦਾ ਹੈ। ਰੱਜੇ ਹੋਏ ਬੰਦੇ ਨੂੰ ਸਵਾਦਿਸ਼ਟ ਚੀਜ਼ ਦੇ ਦਿਓ, ਕਹਿੰਦਾ ਠੀਕ ਠੀਕ ਹੈ, ਐਵਰੇਜ ਹੈ, ਬਹੁਤੀ ਖਾਸ ਨਹੀਂ ਹੈ। ਇਹਦੇ ਭਾਈ ਮਰਦਾਨਾ ਖਾਵੇ, ਆਖੇ ਵਾਹ ਬਾਬਾ ਧੰਨ ਹੈ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਇਹੋ ਜੀ ਦੁਨੀਆ ਲੈ ਕੇ ਜਾਇਆ ਕਰੋ। 2.5 ਸੇਰ ਭੋਜਨ ਖਾ ਕੇ, 2.5 ਸੇਰ। ਧਰਮ ਸਿੰਘ ਨੂੰ ਕਹਿੰਦਾ ਹੁਣ ਫਿਰ ਛਕਾ ਕੁਝ, ਕੀ ਜਾਂ ਪਾਣੀ ਪਿਲਾ ਦੇ, ਜਾਂ ਦੁੱਧ ਛਕਾ ਦੇ, ਜਾਂ ਫਿਰ ਲੱਸੀ ਪਿਲਾ ਦੇ। ਕਿਉਂਕਿ ਖਾਣਾ ਪੀਣਾ ਦੋ ਚੀਜ਼ਾਂ ਇਕੱਠੀਆਂ ਨੇ, ਕਦੇ ਵੱਖ ਨਹੀਂ ਹੋ ਸਕਦੀ। ਖਾਧਾ ਏ ਤੇ ਪੀਣਾ ਵੀ ਪੈਣਾ, ਜੇ ਪੀਤਾ ਤੇ ਕੁਝ ਖਾਣਾ ਵੀ ਪੈਣਾ। ਪੀਣ ਨਾਲ ਖਾਣਾ ਕੀ ਹੈ? ਸਵੇਰੇ ਸਵੇਰੇ ਚਾਹ ਦੁੱਧ ਨਾਲ ਹਰ ਬੰਦਾ ਰਸਕ ਬਿਸਕਿਟ ਲੈਂਦਾ, ਪੀਣ ਨਾਲ ਖਾ ਰਿਹਾ। ਤੇ ਰੋਟੀ ਨਾਲ ਪਾਣੀ ਪੀਂਦਾ, ਲੱਸੀ ਪੀਂਦਾ, ਕੱਚੀ ਲੱਸੀ ਪੀ ਰਿਹਾ, ਉਹ ਖਾਣੇ ਨਾਲ ਪੀ ਰਿਹਾ। ਇਸੇ ਕਰਕੇ ਬਾਣੀ ਨੇ ਵੀ ਸ਼ਬਦ ਵਾਰ-ਵਾਰ ਵਰਤੇ ਆ, ਖਾਣਾ ਪੀਣਾ, ਹੱਸਣਾ ਸੌਣਾ। ਅੱਜ ਯੁੱਗ ਐਸਾ ਆ ਗਿਆ, ਮੈਡੀਕਲ ਮਾਫੀ ਆ ਗਿਆ, ਉਹ ਕਹਿੰਦੇ ਖਾਣ ਨਾਲ ਪੀਓ ਕੁਛ ਨਾ ਤੇ ਪੀਣ ਨਾਲ ਖਾਓ ਕੁਛ ਨਾ। ਵੀ ਜਿਹਨੂੰ ਆਦਤ 40 ਸਾਲਾਂ ਦੀ ਇਕੱਠੇ ਖਾਣ ਦੀ ਪਈ ਹੈ, ਉਹਦੀ ਇਮਿਊਨਿਟੀ ਉਸੇ ਪਾਸੇ ਚੱਲਦੀ ਹੈ, ਉਹਦਾ ਲੀਵਰ ਉਸੇ ਪਾਸੇ ਕੰਮ ਕਰਦਾ ਹੈ, ਉਹ ਉਹੀ ਖਾ ਕੇ ਪਚਾ ਸਕਦਾ। ਜਦੋਂ ਉਹਨੂੰ ਵੱਖ ਕਰਤਾ, ਨਖੇੜਤਾ, ਸਿਸਟਮ ਕਨਫਿਊਜ਼ ਕਰਤਾ, ਤੇ ਬੰਦੇ ਨੇ ਆਪਣੇ ਆਪ ਹੀ ਹਸਪੀਟਲ ਜਾਣਾ। ਆਦਤ ਆ ਨਾ, ਜੋ ਖਾਣ ਦੀ ਆਦਤ ਪੈ ਗਈ ਉਹ ਹੀ ਖਾਣਾ ਚੰਗਾ ਏ। ਉਹ ਭਾਵੇਂ ਭੋਜਨ ਨਾਲ ਪਾਣੀ ਹੈ ਜਾਂ ਪਾਣੀ ਨਾਲ ਭੋਜਨ। ਭਾਈ ਮਰਦਾਨਾ ਜੀ ਨੇ 2.5 ਸੇਰ ਭੋਜਨ ਛਕਣ ਤੋਂ ਬਾਅਦ ਕਹਿੰਦੇ ਰੱਜ ਕੇ ਦੁੱਧ ਛਕਿਆ, ਮਠਿਆਈ ਖਾ। ਕਹਿੰਦਾ ਵਾਹ ਵੀ ਧਰਮ ਸਿਆ, ਰੱਬ ਤੇਰਾ ਭਲਾ ਕਰੇ, ਆਖੋ ਸਤਿਨਾਮ। ਤੂੰ ਬੰਦਾ ਬੜਾ ਕਮਾਲ ਦਾ। ਧਰਮ ਸਿੰਘ ਕਹਿੰਦਾ ਫਕੀਰਾ ਮੈਨੂੰ ਇਹ ਹੈਰਾਨੀ ਹੈ ਵੀ ਤੂੰ ਵੀ ਫਕੀਰ ਹੈ ਤੇ ਤੇਰੇ ਸਾਥੀ ਵੀ ਫਕੀਰ ਨੇ। ਤੂੰ 2.5 ਸੇਰ ਖਾ ਗਿਆ, ਉਹਨਾਂ ਸ਼ਹਿਰ ਦਾ ਮੂੰਹ ਨਹੀਂ ਵੇਖਿਆ। बहुर नगर को फिर कर देखा, भयो हृदय जे हरख विशिखा। ਧਰਮ ਸਿੰਘ ਦਾ ਧੰਨਵਾਦ ਕਰਕੇ ਭਾਈ ਮਰਦਾਨਾ ਸ਼ਹਿਰ ਵੇਖਣ ਤੁਰ ਪਿਆ। ਭੁੱਖੇ ਬੰਦੇ ਨੂੰ ਤੇ ਚੰਗਾ ਕੁਛ ਨਹੀਂ ਲੱਗਦਾ, ਤੇ ਰੱਜੇ ਹੋਏ ਨੂੰ ਬਹੁਤ ਕੁਝ ਵਧੀਆ ਲੱਗਦਾ ਹੈ। ਕੱਲੀ ਕੱਲੀ ਗਲੀ ਘੁੰਮੀ, ਕਿਉਂਕਿ ਡਰ ਮੁੱਕ ਗਿਆ। ਕਿੰਨੀਆਂ ਦੁਕਾਨਾਂ ਦਾ ਸਮਾਨ ਇਕੱਠਾ ਕੀਤਾ, ਕਿੰਨਿਆਂ ਤੋਂ ਖਾਧਾ। ਜੋ ਚੰਗਾ ਲੱਗਿਆ ਕਰੇ, ਕੱਪੜਾ ਚੁੱਕ ਲਿਆ ਕਰੇ, ਭੋਜਨ ਛਕ ਲਿਆ ਕਰੇ, ਕਿਤੇ ਪਾਣੀ ਪੀ ਲਿਆ ਕਰੇ, ਕਿਤੇ ਲੱਸੀ ਪੀ ਲਿਆ ਕਰੇ। ਕਿਤੇ ਸਾਰਾ ਸ਼ਹਿਰ ਵੇਖਿਆ, ਜਿਹਨੂੰ ਬੁਲਾਇਆ ਕਰੇ ਲੋਕ ਬੜੀ ਮੁਹੱਬਤ ਨਾਲ ਮਿਲਦੇ ਆ। ਤੇ ਭਾਈ ਮਰਦਾਨੇ ਨੂੰ ਤੇ ਆਪਣਾ ਪਾਣੀ ਲੱਗੀ ਜਾਵੇ, ਕਿਉਂਕਿ ਉਹਨਾਂ ਨੇ ਐਦਾਂ ਦੇ ਮਾੜੇ ਤੋਂ ਮਾੜੇ ਹਾਲਾਤ ਵੀ ਵੇਖੇ ਆ। ਜਦੋਂ ਕਿਸੇ ਤੋਂ ਪਾਣੀ ਮੰਗਿਆ, ਉਹਨਾਂ ਧਾਗਾ ਪਾ ਕੇ ਭੇਡੂ ਬਣਾਤਾ। ਕਿਸੇ ਤੋਂ ਭੋਜਨ ਮੰਗਿਆ, ਉਹਨੇ ਗ੍ਰਿਫਤਾਰ ਕਰਕੇ ਭਾਈ ਮਰਦਾਨੇ ਨੂੰ ਅੰਦਰ ਬੰਦ ਕਰ ਲਿਆ। ਗੁਰੂ ਬਾਬਾ ਜੀ ਨੇ ਛਡਾਇਆ। ਕਿਸੇ ਨੇ ਤਪ ਦੇ ਕੜਾਹੇ 'ਚ ਸੁੱਟ ਲਿਆ। ਤੇ ਹੁਣ ਇੱਕ ਪਾਸੇ ਸਵਰਗ ਹੈ ਤੇ ਇੱਕ ਪਾਸੇ ਨਰਕ ਹੈ, ਵੱਖ ਤੇ ਲੱਗੂਗਾ ਨਾ। ਕਹਿੰਦੇ ਜੀ ਆਪਣੀ ਖੁਸ਼ੀ ਨਾਲ ਭਾਈ ਮਰਦਾਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਵਰਨਪੁਰ ਨਗਰੀ ਨੂੰ ਕੱਲੇ ਘੁੰਮ ਕੇ ਵੇਖਦੇ ਰਹੇ। ਚਤੁਰ ਘਟੀ ਮੈਂ ਸਰਬ ਨਿਹਰ ਕੈ, ਸ਼੍ਰੀ ਗੁਰ ਟਿਕ ਗਮਨਿਓ ਫਿਰ ਮੁਰਕੈ। 4 ਘੜੀਆਂ ਸ਼ਹਿਰ ਬਾਜ਼ਾਰ ਵੇਖ ਕੇ ਭਾਈ ਮਰਦਾਨਾ ਖੁਸ਼ੀ ਖੁਸ਼ੀ ਵਾਪਸ ਪਰਤ ਪਏ, ਜਿੱਥੇ ਗੁਰੂ ਨਾਨਕ ਸਾਹਿਬ ਸੀ। ਹੱਸ ਰਹੇ ਆ, ਖੁਸ਼ ਨੇ। ਇੰਨੇ ਖੁਸ਼ ਕਦੇ ਨਹੀਂ ਸੀ ਆਏ। ਪੈਰ 'ਚ ਜੁੱਤੀ ਵੀ ਨਵੀਂ ਪਾਈ ਹੈ, ਵੱਖਰੀ ਮਹਿੰਗੀ। ਭਾਈ ਮਰਦਾਨਾ ਮੋਢੇ ਤੇ ਪਰਨਾ ਰੱਖਿਆ, ਬੜਾ ਸੋਹਣਾ ਖੂਬਸੂਰਤ ਤਿੱਲੇਦਾਰ। ਗੁਰੂ ਬਾਬਾ ਜੀ ਨੇ ਵੇਖਿਆ, ਮਰਦ ਕਹਿੰਦੇ ਬਾਲਿਆ ਆਓ, ਆਉਂਦਾ ਤੁਰੇ। ਭਾਈ ਬਾਲਾ ਜੀ ਕਹਿੰਦੇ ਮਰਦ ਤੇ ਖੁਸ਼ ਬਹੁਤ ਅੱਜ। ਸਾਹਿਬ ਕਹਿੰਦੇ ਸਵਰਨਪੁਰ ਘੁੰਮਦਾ ਹੈ, ਇਹ ਸਵਰਨਪੁਰ ਦੀ ਦੁਨੀਆ ਵੇਖ ਕੇ ਆਇਆ, ਖੁਸ਼ ਕਿਉਂ ਨਹੀਂ ਹੋਏਗਾ। ਦੇਖ ਦੂਰ ਤੇ ਸ਼੍ਰੀ ਗੁਣ ਖਾਨੀ, ਮਰਦਾਨੇ ਸੰਗ ਬੋਲੇ ਬਾਣੀ। ਜਦੋਂ ਭਾਈ ਮਰਦਾਨਾ ਸਤਿਗੁਰਾਂ ਦੇ ਨੇੜੇ ਆਇਆ, ਉੜਦਾ ਹੀ ਆਉਂਦਾ, ਟਹਿਲਦਾ, ਖੁਸ਼-ਖੁਸ਼। ਕਿਉਂਕਿ ਖੁਸ਼ ਬੰਦੇ ਦੀ ਤੋਰ ਦੱਸਦੀ ਹੈ ਤੇ ਦੁਖੀ ਦੀ ਵੀ ਤੋਰ ਦੱਸਦੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਉੱਚੀ ਆਵਾਜ਼ ਵਿੱਚ ਕਹਿੰਦੇ, ਵੇ ਮਰਦਾਨੇ ਆ। ਆਵਾਜ਼ ਮਾਰ ਕੇ ਥੋੜੀ ਦੂਰੀ ਤੇ ਸੀ, ਜਿਵੇਂ ਇੱਥੋਂ ਦਰਵਾਜ਼ਾ ਹੋਵੇ।
ਭਾਈ ਮਰਦਾਨਾ ਇੰਨਾ ਕੁਛ ਹੱਥ ਜੋੜ ਕੇ ਉਹ ਤੇ ਮਰਦ ਦੀ ਉਹਨੇ ਤਾਰੀਫ ਹੀ ਕਰਨੀ ਆ ਕਿ ਬਾਬਾ ਕਮਾਲ ਕਰਤੀ, ਤੂੰ ਤੇ ਕਿਹੋ ਜੀ ਥਾਂ ਤੇ ਲਾਇਆ ਆ। ਇੱਥੇ ਤੂੰ ਸ਼ਬਦ ਇਸ ਲਈ ਵਰਤਿਆ ਜਾਂਦਾ, ਉਹ ਪਿਆਰੇ ਨੇ, ਉਹ ਸੱਜਣ ਨੇ, ਉਹ ਯਾਰ ਨੇ, ਪਰ ਸਾਡੇ ਸਤਿਗੁਰੂ ਨੇ। ਭਾਈ ਮਰਦਾਨੇ ਨਾਲ ਸਤਿਗੁਰਾਂ ਨਾਲ ਜਿੱਥੇ ਸਿੱਖ ਤੇ ਗੁਰੂ ਦਾ ਪਿਆਰ ਆ ਨਾ, ਇੱਥੇ ਗੁਰੂ ਨੇ ਸਾਰੇ ਨਾਲ ਹੀ ਹੈ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਹੋਤਾਂ ਪਾਈਆਂ। ਕਦੇ ਗੁਰੂ ਵਾਲੇ ਬਣ ਕੇ ਤੇ ਵੇਖੀਏ, ਗੁਰੂ ਓਏ ਵੀ ਕਹਾਉਂਦਾ ਹੈ, ਓਏ ਕਹਿੰਦਾ ਵੀ ਹੈ, ਤੇਰਾ ਵੀ ਹੈ, ਮੇਰਾ ਵੀ ਹੈ, ਤੂੰ ਵੀ ਹੈ, ਮੈਂ ਵੀ ਹੈ। ਇੱਥੇ ਪਿਆਰ ਦੀ ਖੇਡ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਵੇ ਮਰਦਾਨਿਆ ਕਿਵੇਂ ਲੱਗਿਆ ਸ਼ਹਿਰ, ਭਾਈ ਕਿੱਥੋਂ ਆਇਆ ਏ। ਕਹੋ ਨਗਰ ਕਿਸ ਵਿਦ ਕੋ ਦੇਖਾ, ਮੁਖ ਪੰਕਜ ਸੋ ਖਿਰਿਓ ਬਿਸ਼ੇਖਾ। ਬੜਾ ਚਿਹਰਾ ਖਿੜਿਆ ਤੇਰਾ, ਖੁਸ਼ ਹੋਇਆ ਫਿਰਦਾ, ਕੀ ਵੇਖ ਆਇਆ ਸ਼ਹਿਰ 'ਚ ਇਹੋ ਜਿਹਾ। ਭਾਈ ਮਰਦਾਨਾ ਨੇੜੇ ਆਇਆ, ਭੱਜ ਕੇ ਮੱਥਾ ਟੇਕਿਆ, ਬੈਠਿਆ ਵੀ ਨਾ ਜਾਵੇ। ਓਵਰਲੋਡ ਆ ਕੰਮ, ਛੱਗ ਜਾਦੇ ਲਿਆ। ਇਹ ਸੁਭਾਵਿਕ ਗੱਲ ਹੈ ਜੀ। ਮੱਕੀ ਦੀਆਂ ਰੋਟੀਆਂ ਤੇ ਸਰੋਂ ਦਾ ਸਾਗ ਪਾੜਿਆ ਹੋਵੇ ਤੇ ਮੈਂ ਕਹਿੰਦਾ ਬੈੱਡ ਤੇ ਵੀ ਨਹੀਂ ਪਿਆ ਜਾਂਦਾ, ਕਈਆਂ ਨਾ ਬੈਠਿਆ ਜਾਵੇ। ਬਹੁਤਾ ਖਾ ਕੇ ਵੇਖੋ ਸਰੀਰ ਦੁਖੀ ਹੋ ਜਾਂਦਾ, ਪਰ ਸਮਾਈਲ ਚਿਹਰੇ, ਹਾਸਾ ਚਿਹਰੇ ਦਾ। ਮਰਦ ਕਹਿੰਦੇ, ਮਰਦਾਨਿਆਂ ਲੱਗਦਾ ਨਿਹਾਲ ਹੋ ਗਿਆ, ਭਾਈ ਐਸਾ ਕੀ ਵੇਖ ਆਇਆ। ਕਹਿੰਦਾ ਬਾਬਾ ਪੁੱਛ ਨਾ ਗੱਲ, ਇਹੋ ਜਿਹੇ ਸ਼ਹਿਰ ਵਰਗਾ ਸ਼ਹਿਰ ਮੈਂ ਸਾਰੀ ਜ਼ਿੰਦਗੀ ਵੇਖਿਆ ਨਹੀਂ। ਭਰਿਓ ਹਰਖ ਸੋ ਹਿਰਦਾ ਤੋਹੀ, ਅਸਨ ਸੰਗ ਤ੍ਰਿਪਤਿਓ ਬਹੁ ਹੋਈ। ਮਰਦ ਕਹਿੰਦੇ ਤੇਰਾ ਚਿਹਰਾ ਦੱਸਦਾ ਵੀ ਅੱਜ ਤੂੰ ਨਾ ਤਸੱਲੀ ਨਾਲ ਰੱਜਿਆ ਹੋਇਆ, ਤ੍ਰਿਪਤ ਹੋਇਆ। ਮਰਦਾਨਿਆ ਕਹਿੰਦਾ ਬਾਬਾ ਕਿਆ ਬਾਤਾਂ ਦੇ ਨਗਰ ਦੀਆਂ, ਮੇਰਾ ਤੇ ਚਿੱਤ ਕਰਦਾ ਮੈਂ ਕੁਰਬਾਨ ਜਾਵਾਂ, ਨਿਹਾਲ ਜਾਵਾਂ ਐਸੇ ਨਗਰ ਤੋਂ। ਐਡਾ ਦਾਨੀ ਨਗਰ, ਐਡਾ ਮਹਾਨ ਨਗਰ, ਮੈਨੂੰ ਕੋਈ ਧਰਮ ਦੀ ਨਗਰੀ ਲੱਗਦੀ ਹੈ। ਸੁਨੋ ਪ੍ਰਭੂ ਕਿਆ ਕਰੋ ਬਖਾਨਾ, ਕਭੇ ਨਾ ਦੇਖਾ ਇਹ ਸਮਥਾਨਾ। ਬਸ ਬਹਿ ਗਿਆ ਸਤਿਗੁਰਾਂ ਦੇ ਕੋਲੇ। ਭਾਈ ਮਰਦਾਨਾ ਲੱਗਿਆ ਸਿਫਤਾਂ ਦੇ ਪੁਲ ਬੰਨਣ, ਉਹ ਵੀ ਸੱਚੀਆਂ। ਪ੍ਰਭੂ ਜੀ ਇਹੋ ਜਿਹਾ ਸ਼ਹਿਰ ਨਾ ਮੈਂ ਵੇਖਿਆ ਤੇ ਨਾ ਮੇਰੇ ਵੱਡਿਆਂ ਨੇ ਵੇਖਿਆ, ਕਿਉਂਕਿ ਮਰਾਸੀ ਨੇ। ਚਲੋ ਮਰਾਸੀਆਂ ਦੀ ਗੱਲ ਛੱਡੋ, ਖੱਤਰੀਆਂ ਕਿਹੜਾ ਵੇਖੇ, ਬ੍ਰਾਹਮਣਾ ਕਿਹੜਾ ਵੇਖੇ। ਬਾਬਾ ਇਹ ਤੇ ਦਾਨੀਆਂ ਦਾ ਸ਼ਹਿਰ ਹੈ, ਗਲੀਆਂ ਵੀ ਸੋਨੇ ਚਾਂਦੀ ਨਾਲ ਭਰੀਆਂ ਨੇ, ਕਿਸੇ ਦੁਕਾਨ ਤੇ ਕੋਈ ਬੂਹਾ ਨਹੀਂ, ਦਰਵਾਜ਼ਾ ਨਹੀਂ। ਲੋਕ ਬੜੇ ਇਮਾਨਦਾਰ, ਧਰਮੀ, ਸੱਚੇ ਸੁੱਚੇ ਹਨ। ਕੰਚਨ ਕੀ ਨਗਰੀ ਵਰ ਮੰਦਰ, ਬਨੇ ਬਣਾਏ ਭੋਜਨ ਸੁੰਦਰ। ਬਣੇ ਬਣਾਏ ਭੋਜਨ ਪਏ ਆ ਸੋਨੇ ਦੀਆਂ ਥਾਲਾਂ ਵਿੱਚ, ਵੱਡੀਆਂ ਵੱਡੀਆਂ ਦੁਕਾਨਾਂ ਸੋਨੇ ਚਾਂਦੀ ਨਾਲ ਭਰੀਆਂ ਤੇ ਮਹਿਲ ਭਰੇ। ਬਾਬਾ ਇੱਥੇ ਗਰੀਬੀ ਨਾਮ ਦੀ ਚੀਜ਼ ਕੋਈ ਨਹੀਂ। ਹੁਣ ਸਾਡਾ ਮੁਲਕ ਗਰੀਬ ਥੋੜੀ, ਬਣਾਇਆ ਹੋਇਆ ਗਰੀਬ। ਜੇ ਗਰੀਬ ਸੀ ਤੇ ਗੋਰੇ ਇੱਥੇ ਲੈਣ ਕੀ ਆਏ ਸੀ? ਜੇ ਗਰੀਬ ਸੀ ਇੱਥੇ ਅਹਿਮਦ ਸ਼ਾਹ ਅਬਦਾਲੀ ਵਰਗੇ ਕੀ ਕਰਨ ਆਉਂਦੇ ਰਹੇ? 21 ਵਾਰ ਆਏ ਆ, ਲੁੱਟਣ ਆਏ ਆ। ਗਰੀਬ ਨਹੀਂ ਸੀ। ਪੂਰੇ ਵਰਲਡ ਵਿੱਚ ਸਭ ਤੋਂ ਅਮੀਰ ਸੀ ਭਾਰਤ ਦੇਸ਼ ਤੇ ਪੰਜਾਬ ਦੇਸ਼। ਇਹਨੂੰ ਵਾਰੀ-ਵਾਰੀ ਤਾਂ ਲੁੱਟਿਆ ਗਿਆ ਕਿਉਂਕਿ ਇਹਦੇ ਵਰਗੀ ਬਾਦਸ਼ਾਹੀ ਤੇ ਅਮੀਰੀ ਕਿਸੇ ਕੋਲ ਨਹੀਂ ਸੀ। ਕਦੇ ਗੋਰੇ ਇਹਨੂੰ ਲੁੱਟਣ ਆਉਂਦੇ ਸੀ, ਅੱਜ ਸਾਡੇ ਉੱਥੇ ਭਾਂਡੇ ਮਾਂਜਦੇ ਫਿਰਦੇ ਆ। ਫਰਕ ਆ ਨਾ ਗੱਲ ਦਾ। ਕਦੇ ਉਹ ਸਾਡੇ ਮੁਲਕ ਵਿੱਚ ਈਸਟ ਇੰਡੀਆ ਕੰਪਨੀ ਕਰਨ ਕੀ ਆਈ, ਕਦੇ ਪੜੋ ਤੇ ਸਹੀ। ਗੋਰੇ ਕਿਉਂ ਆਏ ਇੱਥੇ? ਇੱਥੇ ਆ ਕੇ ਗੋਰਿਆਂ ਨੇ ਪਹਿਲਾਂ ਨੌਕਰੀਆਂ ਕੀਤੀਆਂ, ਫਿਰ ਸ਼ਾਸਨ ਕੀਤਾ। ਉਹਨਾਂ ਵੇਖਿਆ ਵੀ ਨਾ ਲੋਕਾਂ ਦੇ ਦਿਮਾਗ ਘੱਟ ਨੇ, ਵਰਤਿਆ ਇਹਨਾਂ ਬੜੇ ਤਰੀਕੇ ਨਾਲ। ਸਭ ਕੁਝ ਲੁੱਟ ਕੇ, ਕੋਹੀਨੂਰ ਹੀਰੇ ਤੋਂ ਲੈ ਕੇ ਸਾਰਾ ਕੁਝ। ਸਿੱਖ ਰਾਜ ਦਾ ਖਜ਼ਾਨਾ ਮਹਾਰਾਜਾ ਰਣਜੀਤ ਸਿੰਘ ਦਾ ਲੁੱਟ ਗਿਆ। ਉਹ ਤੋਂ ਪਹਿਲਾਂ ਮੁਗਲ ਲੁੱਟਦੇ ਰਹੇ ਹਜ਼ਾਰਾਂ ਸਾਲ, ਫਿਰ ਗੋਰਿਆਂ ਲੁੱਟ ਲਿਆ 100 ਸਾਲ। ਅਜੇ ਵੀ ਇਹ ਦੇਸ਼ ਮਰਦਾ ਨਹੀਂ ਜੇ ਸਾਡੇ ਆਪਣੇ ਨੇਤਾ ਬੇਈਮਾਨ ਨਾ ਹੋਣ। ਅਜੇ ਵੀ ਨਹੀਂ ਮਰਦਾ। ਪਰ ਅਲੱਗ ਗੱਲ ਉਦੋਂ ਹੋ ਜਾਂਦੀ ਜਦੋਂ ਆਪਣੇ ਲੁੱਟਣ ਤੇ ਆ ਜਾਣ। ਅੱਜ ਜਿਹੜਾ ਵੀ ਕੋਈ ਬਣਦਾ ਲੁੱਟਣ ਵਾਸਤੇ ਬਣਦਾ। ਸੇਵਾ ਜਨਤਾ ਦੀ ਕੌਣ ਕਰਦਾ? ਆਪਣੀ ਸੇਵਾ ਪਰਿਵਾਰ ਦੀ ਕਰਦਾ। ਭਾਈ ਮਰਦਾਨਾ ਕਹਿੰਦਾ ਪਾਤਸ਼ਾਹ ਇੱਥੋਂ ਦਾ ਰਾਜਾ ਰੱਬ ਵਰਗਾ, ਇੱਥੋਂ ਦੇ ਲੋਕ ਉਹ ਤੋਂ ਵੀ ਚੰਗੇ। ਜਦੋਂ ਗਰੀਬੀ ਨਹੀਂ, ਠੱਗੀ ਠੋਰੀ ਕਿੱਥੋਂ ਹੋਣੀ ਹੈ ਜੀ? ਸਾਡੇ ਲੋਕਾਂ ਦੇ ਜਾਣ ਤੋਂ ਪਹਿਲਾਂ ਕੈਨੇਡਾ ਤੇ ਅਮਰੀਕਾ ਸਵਰਗ ਸੀ। ਹੁਣ ਰੋਜ਼ ਹੀ ਕੋਈ ਨਾ ਕੋਈ ਫੜਿਆ ਜਾਂਦਾ ਹੈ, ਕੋਈ ਕੰਟੇਨਰ ਨਸ਼ੇ ਨਾਲ ਭਰੀ ਫਿਰਦਾ, ਕਿਸੇ ਨੇ ਕੁਛ, ਕਿਸੇ ਨਾ ਕੁਛ। ਕਿੰਨੀ ਇੱਜ਼ਤ ਬਣਦੀ ਆਪਣੀ ਨਾ, ਕਿੰਨਾ ਮਾਣ ਸਨਮਾਨ ਆ ਸਾਡੇ ਲੋਕਾਂ ਦਾ। ਅਗਲਾ ਪਹਿਲਾਂ ਕਦੇ ਖਾਲਸਾ ਏਡ ਨੂੰ ਵੇਖ ਕੇ ਕਹਿੰਦਾ ਸੀ ਉਹ ਸਰਦਾਰ ਨੇ ਭੁੱਖਿਆਂ ਨੂੰ ਭੋਜਨ, ਪਿਆਸਿਆਂ ਨੂੰ ਪਾਣੀ, ਸੀਰੀਆ 'ਚ ਵੀ ਜਾ ਕੇ ਬੁਲਾਉਂਦੇ। ਹੁਣ
ਕਹਿੰਦੇ ਚਿੱਟੇ ਦੇ ਵਪਾਰੀ ਆਖੋ ਸਤਨਾਮ। ਉਹ ਤੇ ਕੰਟੇਨਰ ਇੱਥੇ ਵੀ ਭਰੀ ਫਿਰਦੇ, ਅਮਰੀਕਾ ਦਾ ਬਾਰਡਰ ਟਪਾਉਂਦੇ। ਕਿੱਥੇ ਤੁਰ ਪਏ ਆ ਅਸੀਂ? ਤੇ ਉਹਨਾਂ ਦੇਸ਼ਾਂ ਨੂੰ ਵੀ ਗੰਧਲਾ ਕਰਤਾ, ਇੱਥੇ ਤੇ ਜੋ ਸੀ ਤੇ ਸੀ। ਭਾਈ ਮਰਦਾਨਾ ਇਸ ਦੇਸ਼ ਵਿੱਚੋਂ ਗਿਆ ਜਿੱਥੇ ਬੇਈਮਾਨਾ ਸੀ, ਠੱਗੀ ਸੀ, ਠੋਰੀ ਸੀ, ਧਰਮ ਦੇ ਨਾਂ ਤੇ ਪਖੰਡ ਸੀ। ਪਰ ਇਸ ਦੇਸ਼ ਵਿੱਚ ਕੋਈ ਗਰੀਬ ਹੀ ਨਹੀਂ। ਚੋਰੀ ਕਿਹਨੇ ਕਰਨੀ ਹੈ? ਜਦੋਂ ਕਿਸੇ ਦੀ ਬਿਰਤੀ ਮਾੜੀ ਨਹੀਂ, ਕਿਸੇ ਨੇ ਫਿਰ ਬੁਰਾ ਕਿਸੇ ਦਾ ਕਿਉਂ ਕਰਨਾ ਹੈ? ਕਹਿੰਦੇ ਹੈਰਾਨ ਸੀ। ਗੁਰੂ ਬਾਬਾ ਜੀ ਕਹਿੰਦੇ ਐਸਾ ਕੀ ਵੇਖ ਆਇਆ ਮਰਦਾਨਿਆ? ਕਹਿੰਦੇ ਬਾਬਾ ਕਿਸੇ ਵੀ ਦੁਕਾਨ ਉੱਤੇ ਮੈਂ ਕੋਈ ਗੱਲਾਂ ਨਹੀਂ ਦੇਖਿਆ, ਗੋਲਕ ਨਹੀਂ ਵੇਖੀ, ਖੁੱਲੇ ਹੀ ਕੰਮ ਹੈ। ਹਰ ਦੁਕਾਨਦਾਰ ਇਹ ਕਹਿੰਦਾ ਜੋ ਚਿੱਤ ਕਰਦਾ ਲੈ ਜਾਓ ਜੀ, ਮਾਇਆ ਦੀ ਗੱਲ ਨਾ ਕਰੋ। ਵਿਦੇਸ਼ੀਆਂ ਵਾਸਤੇ ਸਾਰਾ ਕੁਝ ਮੁਫਤ ਕੀਤਾ ਏ। ਸਕੁਲੀ ਪੂਪ ਤਿਹਾਵਲ ਪੂਰੀ, ਸਰਬ ਪਾਕ ਰਾਖੇ ਬਿਦਰੂਰੀ। ਮਰਦ ਕਹਿੰਦੇ ਪਰ ਛਕਿਆ ਕੀ ਆਪਣੇ ਬਾਰੇ ਦੱਸ। ਕਹਿੰਦਾ ਬਾਬਾ ਪੂੜੀਆਂ, ਕੜਾਹ, ਸਕਲੀ ਨਾਮ ਹੈ ਜਲੇਬੀਆਂ ਦਾ, ਇਹ ਤੇ ਮੈਂ ਰੱਜ ਰੱਜ ਖਾਧੀਆਂ। ਆਖੋ ਸਤਨਾਮ। ਸਾਡੇ ਪੰਜਾਬੀਆਂ ਦਾ ਖਾਣਾ ਸੀ ਕੜਾਹ, ਪੂੜੀਆਂ, ਜਲੇਬੀਆਂ, ਰਸਗੁੱਲੇ, ਲੱਡੂ। ਅੱਜ ਮੈਂ ਕਹਿੰਦਾ ਪ੍ਰਸ਼ਾਦ ਵੇਲੇ ਵੀ ਕਹਿੰਦੇ ਬਾਬਾ ਜੀ ਕਿਹੜਾ ਕਿਉਂ? ਸ਼ੂਗਰ ਦੀ ਗੋਲੀ ਲਈ ਹੈ। ਰੋਟੀਆਂ ਘੱਟ ਤੇ ਦਵਾਈਆਂ ਵੱਧ ਖਾਂਦੇ ਆ। ਹਰੇਕ ਦਾ ਹੀ ਸਿਸਟਮ ਹਿੱਲਿਆ ਹੈ ਉਹ ਬਾਬੇ ਵਾਂਗੂ। ਜਿਹਨੂੰ ਮਰਜ਼ੀ ਛੇੜ ਲਓ ਸਾਰਿਆਂ ਨੂੰ ਸ਼ੂਗਰ ਹੈ। ਹੱਟਾ ਕੱਟਾ ਬੰਦਾ, ਤੁਰਿਆ ਨਹੀਂ ਜਾਂਦਾ, ਸ਼ੂਗਰ। ਕਿਉਂ? ਨਾ ਕਿਸੇ ਨੂੰ ਮਿੱਠਾ ਬੋਲਿਆ ਕਦੇ, ਨਾ ਮਿੱਠਾ ਖਾਧਾ, ਸ਼ੂਗਰ ਕਿਉਂ ਹੋਇਆ? ਕੋਈ ਤੇ ਕਾਰਨ ਹੈ। ਪਰ ਉਸ ਵੇਲੇ ਲੋਕੀ ਸਵਾ ਮਣ, 2.5 4 ਸੇਰ ਕੱਚਾ ਗੁੜ ਖਾ ਜਾਂਦੇ ਸੀ। ਉਹਨਾਂ ਸਮਿਆਂ ਦੀਆਂ ਗੱਲਾਂ ਨੇ ਇਹ। ਜਦੋਂ ਭਾਈ ਮਰਦਾਨਾ ਕਹਿੰਦਾ ਬਾਬਾ ਮੈਂ ਜਲੇਬੀਆਂ ਖਾਧੀਆਂ, ਪੂੜੇ ਖਾਧੇ, ਇੰਨਾ ਕੁਝ, ਡਾਈਜੈਸ਼ਨ ਕਿੱਡਾ ਤਕੜਾ ਹੋਣਾ, ਕਿਉਂਕਿ ਕੈਮੀਕਲ ਨਹੀਂ ਸੀ ਉਹਦਾ। ਮਰਦ ਕਹਿੰਦੇ ਅੱਛਾ, ਕਹਿੰਦੇ ਬਾਬਾ ਕੋਈ ਚੀਜ਼ ਖਾ ਲਾ, ਉੱਥੇ ਕੋਈ ਪੁੱਛਦਾ ਹੀ ਨਹੀਂ। ਮੋਦਕ ਖੁਰਮੇ ਬਹੁ ਮਿਸ਼ਟਾਨਾ, ਨੁਕਤੀ ਆਦ ਅਨੇਕ ਪਕਵਾਨਾ। ਮੈਂ ਬੇਸਣ ਦੇ ਲੱਡੂ ਖਾਦੇ, ਮੋਦਕ ਕਹੀਏ, ਬੂੰਦੀ ਵਾਲੇ ਲੱਡੂ ਨਾਲ ਵੀ ਲੈ ਕੇ ਆਏ ਨੇ ਸੈਂਪਲ ਵਿਖਾਉਣ ਵਾਸਤੇ। ਬਾਬਾ ਹਰ ਚੀਜ਼ ਦੀ ਸਵਾਦ ਹੈ। ਮਰਦ ਕਹਿੰਦੇ ਮਰਦਾਨਿਆਂ ਵੇਖਿਆ ਕਰਤਾਰ ਦੀ ਕਿਰਪਾ? ਕਹਿੰਦੇ ਬਾਬਾ ਤੇਰੀ ਕਿਰਪਾ, ਤੁਸੀਂ ਲੈ ਕੇ ਆਏ ਹੋ, ਮੇਰਾ ਉਲਾਂਭਾ ਆਪ ਜੀ ਨੇ ਦੂਰ ਕੀਤਾ ਏ। ਦੋਹਰਾ ਦੇ ਬਿਨ ਮੂਲ ਆਹਾਰ ਕੋ, ਜੈਸੀ ਰੁਚ ਜੇ ਹੋਏ, ਏਕ ਮਨੁਜ ਮੋਕੋ ਮਿਲਾ, ਸ਼ੁਭ ਸੁਭਾਏ ਜੇ ਕੋਏ। ਸਤਿਗੁਰ ਕਹਿੰਦੇ ਮਰਦਾਨਿਆਂ ਮੁਫਤੀ ਖਾਇਆ ਹੈ। ਕਹਿੰਦੇ ਪਾਤਸ਼ਾਹ ਇੱਕ ਦੁਕਾਨ ਦੀ ਗੱਲ ਨਹੀਂ ਕਰਦਾ, ਜਿਹੜੀ ਮਰਜ਼ੀ ਦੁਕਾਨ ਤੇ ਜਾਓ, ਖਾਣ ਦੀ ਗੱਲ ਛੱਡੋ, ਪਹਿਨਣ ਨੂੰ ਲੈ ਲਓ ਜੋ ਮਰਜ਼ੀ, ਸਾਰਾ ਕੁਝ ਹੀ ਮੁਫਤ। ਮਰਦ ਕਹਿੰਦੇ ਤੈਨੂੰ ਦੱਸਿਆ ਕੀ ਨਹੀਂ? ਕਹਿੰਦਾ ਬਾਬਾ ਇੱਕ ਬੰਦਾ ਮਿਲਿਆ ਮੈਨੂੰ ਦੁਕਾਨਦਾਰ, ਮੈਂ ਉਹਦੇ ਕੋਲ ਗਿਆ। ਗੁਰੂ ਜੀ ਜਾਣ ਕੇ ਪੁੱਛਦੇ, ਕਹਿੰਦੇ ਕੀ ਪਤਾ ਉਹਦੀ ਆਪਣੀ ਦੁਕਾਨ ਮੁਫਤ ਹੋਵੇ, ਬਾਕੀ ਬਾਜ਼ਾਰ ਪੈਸੇ। ਕਹਿੰਦਾ ਨਾ ਬਾਬਾ, ਮੈਨੂੰ ਕਈ ਦੁਕਾਨਾਂ ਤੇ ਲੈ ਕੇ ਗਿਆ, ਆਪਾਂ ਨੂੰ ਸਾਰੇ ਸੈਂਪਲ ਚੈੱਕ ਕਰਾਏ ਉਹਨੇ, ਮੈਂ ਸਾਰਿਆਂ ਕੋਲ ਹੀ ਖਾ ਕੇ ਆਇਆ। ਮਤਲਬ ਇੱਕ ਗੇੜੇ 'ਚ ਹੀ ਭਾਈ ਮਰਦਾਨਾ ਸ਼ਹਿਰ ਦਾ ਭੇਤੀ ਹੋ ਗਿਆ। ਮੈਂ ਕਹਿੰਦਾ ਬੰਦੇ ਬਣੋ ਤੇ ਇਹੋ ਜਿਹੇ, ਸਾਨੂੰ ਇੱਕ ਗਲੀ 'ਚੋਂ 20 ਵਾਰ ਲੈ ਜਾਓ, ਜਿਹਨੂੰ ਮਰਜ਼ੀ ਪੁੱਛ। ਕਹਿੰਦੇ ਭਾਈ ਮੈਨੂੰ ਤੇ ਪਤਾ ਨਹੀਂ ਲੱਗਿਆ ਕਿੱਥੇ ਜੇ ਘੁੰਮ ਕੇ ਆ ਗਏ, ਕਿਹੜੀ ਸੜਕ ਕਿੱਧਰ ਜਾਂਦੀ ਹੋਵੇ। ਇਹੋ ਜਿਹਾ ਇੱਕ ਵਾਰੀ ਲੰਘ ਜਾਓ, 50 ਸਾਲਾਂ ਬਾਅਦ ਵੀ ਆਓ ਤੇ ਦੱਸੋ ਫਲਾਣੇ ਦੀ ਦੁਕਾਨ ਫਲਾਣੇ ਮੋੜ ਤੇ, ਇੱਥੋਂ ਮੈਂ ਇੰਨੀ ਵਾਰ ਜਾ ਸਕਦਾ। ਤੇ ਭਾਈ ਮਰਦਾਨਾ ਤੇ ਇੱਕ ਗੇੜੀ ਲਾ ਕੇ ਆਇਆ, ਸਾਰਾ ਕੁਝ ਹੀ ਦੱਸਤਾ। ਕਹਿੰਦੇ ਬਾਬਾ ਅੱਧਾ ਬਾਜ਼ਾਰ ਸੁੱਖ ਨਾਲ ਮੈਨੂੰ ਜਾਣਨ ਲੱਗ ਪਿਆ। ਚੌਪਈ ਤੇ ਭੋਜਨ ਬਹੁ ਮੁਝੇ ਦਿਵਾਇਆ, ਇਸ ਵਿਦ ਮੁਖ ਤੇ ਵਾਕ ਅਲਾਇਆ। ਜਦੋਂ ਭਾਈ ਮਰਦਾਨਾ ਭੋਲੀਆਂ ਗੱਲਾਂ ਕਰੇ ਛਕਣ ਛਕਾਉਣ ਦੀਆਂ, ਤੇ ਭਾਈ ਬਾਲਾ ਜੀ ਕਹਿੰਦੇ ਮੈਨੂੰ ਆਵੇ ਹਾਸਾ ਤੇ ਮੈਂ ਹੱਸੀ ਜਾਵਾਂ। ਵੀਰੇ ਕਿੰਨਾ ਖੁਸ਼ ਹੈ ਇਹ, ਖਾਣ ਪੀਣ ਤੇ ਖੁਸ਼ ਹੈ। ਬਾਬਾ ਜੀ ਮੈਨੂੰ ਉਹ ਮਨੁੱਖ ਐਡਾ ਚੰਗਾ ਮਿਲਿਆ, ਮੈਨੂੰ ਥਾਂ ਲੈ ਕੇ ਗਿਆ। ਕਿਹੜਾ ਦੁਕਾਨਦਾਰ ਹੈ ਜੀ? ਦੂਜੀ ਦੁਕਾਨ ਤੇ ਲੈ ਜਾਓ, ਹੈ ਕੋਈ ਗੱਲ ਕਰਕੇ ਵੇਖਿਓ, ਮੈਂ ਫਲਾਣੇ ਤੋਂ ਫਲਾਣੀ। ਉਹ ਕਹਿੰਦਾ ਲੈ ਕਬਾੜ ਆ ਉਹਦੇ ਕੋਲ ਤੇ ਪੁਰਾਣਾ ਮਾਲ ਹੈ, ਅਸੀਂ ਸਸਤਾ ਦਿੰਨੇ ਆ, ਵਧੀਆ ਦਿੰਨੇ ਆ, ਚੰਗਾ ਦਿੰਨੇ, ਉਹਦਾ ਤੇ ਕੰਮ ਹੀ ਨਹੀਂ ਚੱਲਦਾ, ਉਹ ਤੇ ਨਕਲੀ ਸਮਾਨ ਵੇਚਦਾ ਹੈ। ਦੁਕਾਨਦਾਰ ਦਾ ਦੁਕਾਨਦਾਰ ਵੈਰੀ ਹੈ। ਪਰ ਧਰਮ ਸਿੰਘ ਸਾਰੀਆਂ ਦੁਕਾਨਾਂ ਤੇ ਲੈ ਕੇ ਗਏ, ਠੱਗੀ ਠੋਰੀ ਨਹੀਂ ਹੋਈ, ਬੇਈਮਾਨਾ ਨਹੀਂ। ਭਾਈ ਮਰਦਾਨਾ ਕਿੰਨਾ ਪ੍ਰਭਾਵਿਤ ਹੋਇਆ। ਇੱਕ ਬ੍ਰਹਮ ਗਿਆਨੀ ਸਿੱਖ ਹੈ, ਤੇ ਸੋਚੋ
ਕਿਤੇ ਅੱਜ ਦੁਨੀਆ ਐਸੀ ਹੋਵੇ, ਸਵਰਗਾਂ ਦੀ ਲੋੜ ਨਹੀਂ, ਫਿਰ ਆਖੋ ਸਤਿਨਾਮ ਹੈ ਜੀ। ਨਹੀਂ, ਗੁਰੂ ਨਾਨਕ ਸਾਹਿਬ ਮਹਾਰਾਜ ਮੁਸਕਰਾਈ ਜਾਣ, ਕਹਿੰਦੇ ਤੂੰ ਪ੍ਰਸੰਨ ਆ, ਖੁਸ਼ ਆ ਨਾ? ਕਹਿੰਦਾ ਬਾਬਾ ਕੱਲ ਸਵੇਰ ਹੁੰਦਿਆਂ ਮੈਂ ਫੇਰ ਜਾਣਾ, ਜਦੋਂ ਤੱਕ ਆਪ ਦੀ ਇੱਥੇ ਰੁਕੋਗੇ ਮੈਂ ਭੋਜਨ ਪਾਣੀ ਛਕਣਾ ਏ। ਜੇਤੇ ਔਰ ਹੈ ਤੁਝ ਸੰਗਾ, ਤਿਨ ਆਹਾਰ ਲੈ ਜਾਓ ਨਿਸ਼ੰਗਾ। ਸਤਿਗੁਰ ਹੱਸ ਕੇ ਕਹਿੰਦੇ ਫਿਰ ਸਾਡੇ ਲਈ ਨਹੀਂ ਲੈ ਕੇ ਆਇਆ? ਕਹਿੰਦਾ ਬਾਬਾ ਜੀ ਧਰਮ ਸਿੰਘ ਮੈਨੂੰ ਪੁੱਛਦਾ ਸੀ ਵੀ ਜਿਹੜੇ ਤੇਰੇ ਸਾਥੀ ਨੇ ਉਹਨਾਂ ਲਈ ਲੈ ਜਾ। ਭਾਈ ਬਾਲਾ ਕਹਿੰਦਾ ਫਿਰ ਸਾਡੇ ਬਾਰੇ ਕੀ ਬੋਲਿਆ? ਮੈਂ ਕਿਹਾ ਜੀ ਉਹ ਉਹਨਾਂ ਨੂੰ ਭੁੱਖ ਹੀ ਨਹੀਂ ਲੱਗਦੀ, ਉਹ ਖਾਂਦੇ ਪੀਂਦੇ ਨਹੀਂ। ਭਾਈ ਬਾਲਾ ਕਹਿੰਦਾ ਵੇਖ ਮਰਦਾਨਿਆ ਕਿੰਨਾ ਸਿਆਣਾ ਹੈ, ਜਦੋਂ ਸਭ ਕੁਝ ਮਿਲ ਗਿਆ ਫਿਰ ਸੱਜਣ ਭੁੱਲ ਗਏ। ਕਹਿੰਦਾ ਨਹੀਂ ਨਹੀਂ, ਮੈਂ ਸੱਚ ਹੀ ਤੇ ਬੋਲਿਆ, ਤੁਸੀਂ ਤੇ ਪੌਣਾ ਹਾਰੀ ਹੋ। ਮੈਂ ਭਾਖੀ ਹੈ ਸੰਗੀ ਦੋ, ਨਹਿ ਖਾਵਤ ਸੰਤੋਖੀ ਸੋ। ਭਾਈ ਬਾਲੇ ਕਹਿੰਦੇ ਜਦੋਂ ਮੈਂ ਹਾਸੇ ਨਾਲ ਪੁੱਛਿਆ ਵੀ ਤੈਨੂੰ ਸਾਡੀ ਯਾਦ ਨਹੀਂ ਆਈ, ਭਾਈ ਮਰਦਾਨਾ ਕਹਿੰਦਾ ਲੈ ਮੈਂ ਤੁਹਾਡੇ ਬਾਰੇ ਦੱਸਿਆ, ਉਹ ਹੈਰਾਨ ਹੋ ਗਿਆ ਤੁਹਾਡੇ ਤੋਂ। ਕਹਿੰਦੇ ਕੀ? ਜਦੋਂ ਉਹਨੇ ਕਿਹਾ ਨਾ ਵੀ ਆਪਣੇ ਮਿੱਤਰਾਂ ਲਈ ਭੋਜਨ ਲੈ ਜਾ, ਮੈਂ ਕਿਹਾ ਲੈ ਉਹਨਾਂ ਨੂੰ ਭੁੱਖ ਹੀ ਨਹੀਂ ਲੱਗਦੀ। ਉਹ ਕਹਿੰਦੇ ਇਹੋ ਜਿਹੇ ਕਿਹੜੇ ਬੰਦੇ ਜਿਹਨੂੰ ਭੁੱਖ ਨਹੀਂ ਲੱਗਦੀ? ਉਹ ਤੇ ਤੁਹਾਡੇ ਤੋਂ ਵੈਸੇ ਹੀ ਪ੍ਰਭਾਵਿਤ ਹੈ, ਇਸ ਲਈ ਮੈਂ ਤਾਂ ਨਹੀਂ ਲੈ ਕੇ ਆਇਆ ਵੀ ਤੁਹਾਨੂੰ ਨਾ ਭੁੱਖ ਲੱਗੇ ਨਾ ਲੱਗੇ ਪਿਆਸ, ਤੁਸੀਂ ਤੇ ਹਵਾ ਛਕਦੇ ਹੋ। ਪ੍ਰਿਥ ਮੈਂ ਤ੍ਰਿਪਤਿਓ ਖਾਏ ਆਹਾਰਾ, ਪੁਨ ਫਿਰ ਕੈ ਸਭ ਨਗਰ ਨਿਹਾਰਾ। ਮਰਦ ਕਹਿੰਦੇ ਫਿਰ ਮਰਦਾਨਿਆ ਛਕਣ ਤੋਂ ਬਾਅਦ ਕੀ ਕੀਤਾ? ਕਹਿੰਦਾ ਬਾਬਾ 4 ਘੜੀਆਂ ਆਪਾਂ ਬੁੱਲੇ ਲੁੱਟੇ ਘੁੰਮੇ ਫਿਰੇ, ਕਦੇ ਸੱਜੀ ਗਲੀ ਕਦੇ ਖੱਬੀ ਗਲੀ, ਹੁਣ ਚਿੰਤਾ ਹੀ ਕੋਈ ਨਹੀਂ। ਆਪ ਜੀ ਨੇ ਕਿਹਾ ਸੀ ਘੁੰਮਿਆ, ਜੇ ਕਿਸੇ ਨੇ ਫੜ ਲਿਆ ਸਾਡਾ ਨਾਂ ਲੈ ਦੀ। ਬਾਬਾ ਫੜਨਾ ਕਿਹਨੇ ਸੀ? ਉਹ ਹੱਥ ਜੋੜੀ ਫਿਰਦੇ ਸੀ। ਸੁਨ ਯੋ ਬਿਗਸੇ ਦੀਨ ਨਿਵਾਜੂ, ਕਰਿਓ ਭਲਾ ਮਰਦਾਨੇ ਕਾਜੂ। ਗੁਰੂ ਨਾਨਕ ਸਾਹਿਬ ਮਹਾਰਾਜ ਬੜਾ ਖਿੜਖੜਾ ਕੇ ਹੱਸੇ, ਉੱਚੀ ਉੱਚੀ ਹੱਸਦੇ ਰਹੇ ਕਿੰਨੀ ਦੇਰ। ਕਹਿੰਦੇ ਵਾਹ ਮਰਦਾਨਿਆ ਅੱਜ ਤੂੰ ਭਲੇ ਦਾ ਕੰਮ ਕੀਤਾ। ਹੁਣ ਭਾਈ ਮਰਦਾਨੇ ਨੂੰ ਸਮਝ ਨਾ ਆਵੇ ਵੀ ਮੈਂ ਕਿਹੜਾ ਭਲੇ ਵਾਲਾ ਕੰਮ ਕਰਿਆ ਆ, ਮੈਂ ਆਪਣਾ ਭਲਾ ਮੰਗਿਆ, ਆਪ ਖਾਧਾ ਪੀਤਾ, ਇਹਨਾਂ ਨੂੰ ਲਿਆ ਕੇ ਕੁਝ ਨਹੀਂ ਦਿੱਤਾ। ਕੱਪੜੇ ਆਪ ਲੈ ਲਏ, ਮੈਂ ਕਿਹਾ ਲੈ ਮੇਰਾ ਬਾਬਾ ਕੱਪੜੇ ਨਹੀਂ ਧੋਂਦਾ। ਗੱਲ ਤੇ ਸੱਚੀ ਹੈ ਪਰ ਸੋਚਿਆ ਨਹੀਂ। ਮਰਦ ਕਹਿੰਦੇ ਤੂੰ ਭਲਾ ਕਰਕੇ ਆਇਆ, ਬੜਾ ਚੰਗਾ ਕੰਮ ਕੀਤਾ ਏ। ਭਇਓ ਤੋਰ ਮਨ ਭਾਵਨ ਸਭੀ, ਬੈਸੋ ਗਾਉ ਸ਼ਬਦ ਕੋ ਅਬਹੀ। ਨਾਨਕ ਸਾਹਿਬ ਮਰਦ ਕਹਿੰਦੇ ਮੈਨੂੰ ਬੜਾ ਚੰਗਾ ਲੱਗਾ ਭਾਈ ਮਰਦਾਨੇ, ਅੱਜ ਤੈਨੂੰ ਤੇਰੇ ਮਨ ਭਾਉਂਦਾ ਮਿਲ ਗਿਆ। ਕਹਿੰਦੇ ਫਿਰ ਬਾਬਾ ਹੁਣ ਹੁਕਮ। ਮਰਦ ਕਹਿੰਦੇ ਫਿਰ ਬਾਣੀ ਆਈ ਚੋਕਰ ਬਾਬਾ ਸਤਿਨਾਮ, ਪੱਖੀਆਂ ਤੱਕ ਭਰਿਆ, ਉਹਨੂੰ ਸੋਚਦਾ ਕੁਛ ਨਹੀਂ। ਕਹਿੰਦਾ ਬਾਬਾ ਸਵੇਰੇ ਸੁਣਾਵਾਂਗੇ। ਗੁਰੂ ਬਾਬਾ ਜੀ ਕਹਿੰਦੇ ਮਰਦਾਨਿਆਂ ਮੌਜ ਲੁੱਟ, ਅੱਜ ਦੀ ਰਾਤ ਇੱਥੇ ਹੀ ਕੱਟੀ ਹੈ। ਅੰਮ੍ਰਿਤ ਵੇਲਾ ਹੋਇਆ, ਅੰਮ੍ਰਿਤ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਰਵਾਬ ਤੇ ਸ਼ਬਦ ਗਾਇਨ ਕੀਤਾ ਤੁਰਕੀ ਬਾਣੀ ਦਾ। ਭਾਈ ਮਰਦਾਨੇ ਨੇ ਬੜੇ ਪਿਆਰ ਵਿੱਚ ਭਿੱਜ ਕੇ ਰਵਾਬ ਵਜਾਈ ਹੈ। ਬੈਠ ਗਇਓ ਪੂਛਤ ਪੁਨ ਐਸੇ, ਇਹ ਪੁਰ ਕਰਮ ਕਰਤ ਨਰ ਕੈਸੇ। ਭਾਈ ਮਰਦਾਨਾ ਜੀ ਪੁੱਛਦੇ ਆ ਤੇ ਭਾਈ ਬਾਲਾ ਜੀ ਕਹਿੰਦੇ ਮੈਂ ਵੀ ਮਰਦ ਨੂੰ ਪੁੱਛਿਆ ਸਤਿਗੁਰੂ ਜੀ ਜਦੋਂ ਇੱਥੇ ਕੋਈ ਮਾਇਆ ਦਾ ਲੈਣ ਦੇਣ ਨਹੀਂ ਕਰਦਾ, ਸ਼ਹਿਰ ਚੱਲਦਾ ਕਿਵੇਂ ਹੈ? ਕੋਈ ਵੀ ਦੇਸ਼ ਹੈ, ਕਰੋਨਾ ਕਾਲ 'ਚ ਹਰ ਕੰਟਰੀ ਦੀ ਇਕਨੋਮੀ ਕਿਉਂ ਡਿੱਗੀ? GDP ਦੀ ਦਰ ਡਿੱਗਦੀ ਕਿਉਂ ਰਹੀ? ਕਿਉਂਕਿ ਪਲੇਨ ਬੰਦ ਹੋ ਗਏ, ਟ੍ਰੇਨਾਂ ਬੰਦ ਹੋ ਗਈਆਂ, ਸ਼ਿਪ ਬੰਦ ਹੋ ਗਏ। ਜਿਹੜਾ ਸ਼ਿਪ ਜਿਹੜੀ ਪੋਰਟ ਤੇ ਖੜਾ ਉੱਤੇ ਹੀ ਖੜਾ 2-2 ਮਹੀਨੇ, ਕਰੂ ਵੀ ਨਹੀਂ ਆਉਣ ਦਿੱਤਾ ਅਗਲਿਆਂ ਨੇ। ਕਹਿੰਦੇ ਕਰੋਨਾ ਭਾਈ ਇੱਧਰ ਨਾ ਵੜ ਜਿਓ, ਜੇ ਕੋਈ ਕਿਸੇ ਬੰਦਰਗਾਹ ਤੇ ਲੱਗਾ ਕਹਿੰਦੇ ਇਹਨੂੰ ਅੱਗੇ ਕਰੋ 2 ਕਿਲੋਮੀਟਰ ਪਾਣੀ 'ਚ ਖੜੇ ਹੋ, ਇੱਧਰ ਨਹੀਂ ਹੋਣਾ, ਬੰਦ ਕਰਤਾ। ਆਦਾਨ ਪ੍ਰਦਾਨ ਬੰਦ ਹੋ ਗਏ। ਦੁਨੀਆ ਚੱਲਦੀ ਕਾਹਦੇ ਨਾਲ ਹੈ? ਆਯਾਤ ਨਾਲ, ਨਿਰਯਾਤ ਨਾਲ। ਕੁਛ ਆਊਗਾ, ਕੁਝ ਭੇਜਾਂਗੇ, ਕੁਝ ਖਰੀਦਾਂਗੇ, ਕੁਝ ਵੇਚਾਂਗੇ। ਪਰ ਇਸ ਨਗਰ ਦੇ ਵਿੱਚ ਖਰੀਦਣ ਤੇ ਵੇਚਣ ਦਾ ਤੇ ਰੌਲਾ ਹੀ ਕੋਈ ਨਹੀਂ। ਕਿੱਡਾ ਵੱਡਾ ਸਵਾਲ ਹੈ ਵੀ ਮਹਾਰਾਜ ਜਦੋਂ ਕੋਈ ਦੁਕਾਨਦਾਰ ਕਿਸੇ ਚੀਜ਼ ਤੋਂ ਪੈਸੇ ਨਹੀਂ ਲੈਂਦਾ, ਜਦੋਂ ਫਿਰ ਉਹਨਾਂ ਨੇ ਟੈਕਸ ਨਹੀਂ ਕੋਈ ਦੇਣਾ, ਤੇ ਰਾਜ ਦਾ ਰਾਜ ਕਿਵੇਂ ਚੱਲੂ? ਸਰਕਾਰਾਂ ਚੱਲਦੀਆਂ ਨੇ ਟੈਕਸਾਂ ਦੇ ਨਾਲ। ਕਹਿੰਦੇ ਬਾਬਾ ਇਹ ਤੇ ਬੜਾ ਔਖਾ ਕੰਮ ਹੈ। ਸਮਝ ਨਹੀਂ ਆਈ ਵੀ ਜਦੋਂ ਇੱਥੇ ਸਾਰਾ ਕੁਝ ਹੀ ਮੁਫਤ ਹੈ, ਇੱਥੋਂ ਦਾ ਰਾਜਾ ਰਾਜ ਕਿਵੇਂ ਕਰਦਾ ਹੈ? ਫਿਰ ਇੱਥੇ ਚੋਰੀ ਠੱਗੀ ਕੋਈ ਨਹੀਂ, ਚੋਰੀ ਠੱਗੀ ਕੋਈ ਨਹੀਂ। ਤੇ ਇਹਨਾਂ ਦੁਕਾਨਦਾਰਾਂ ਨੂੰ ਕੀ ਮਿਲਦਾ ਹੈ?
ਜੋ ਸਵੇਰ ਤੋਂ ਸ਼ਾਮ ਤੱਕ ਘਰ-ਬਾਰ ਛੱਡ ਕੇ ਬੈਠੇ ਨੇ। ਸਰਬ ਅਮੋਲੇ ਸੁਖ ਜਿਨ ਪਾਸੂ, ਜੇ ਨਿਸ ਬਾਸੁਰ ਕਰਤ ਬਿਲਾਸੂ। ਇਹ ਲੋਕ ਬੜੇ ਖੁਸ਼ ਨੇ, ਮੱਥੇ ਤੇ ਵੱਟ ਕੋਈ ਨਹੀਂ, ਵਲ ਕੋਈ ਨਹੀਂ, ਇਹਨਾਂ ਦਾ ਗੁਜ਼ਾਰਾ ਕਿਵੇਂ ਚੱਲਦਾ ਹੈ? ਮੰਨ ਲਓ ਤੁਸੀਂ ਦੁਕਾਨ ਖੋਲੀ, ਦੁਕਾਨ ਕਾਹਦੀ? ਮੋਦੀਖਾਨਾ ਹੀ ਬਣਾ ਲਿਆ। ਹੁਣ ਮੋਦੀਖਾਨਾ 'ਚ ਜਣਾ ਖਣਾ ਸਟੋਰ ਦਾ ਨਾਂ ਰੱਖੀ ਫਿਰਦਾ, ਮੈਡੀਕਲ ਦਾ ਹੈ ਕੀ ਹੈ? ਗੁਰੂ ਨਾਨਕ ਸਾਹਿਬ ਦਾ ਨਾਮ ਵੇਚਣ ਲੱਗੇ ਹੋਏ ਲੋਕ। ਮੋਦੀਖਾਨੇ ਦਾ ਅਸਲ ਮਤਲਬ ਹੁੰਦਾ ਏ ਜਿੱਥੇ ਸਿਰਫ 13 ਤੋਲਿਆ ਜਾਵੇ, ਕੁਝ ਵੀ ਮੇਰਾ ਨਹੀਂ। ਅੱਜ ਮੋਦੀਖਾਨੇ ਦੇ ਨਾਮ ਉੱਤੇ ਲੋਕ ਬਜਟ ਬਣਾ ਰਹੇ ਆ, ਪੈਸੇ ਇਕੱਠੇ ਕਰਦੇ ਆ। ਬੇਸ਼ੱਕ ਕੋਈ ਅੱਧ ਮੁੱਲ ਤੇ ਦਿੰਦਾ ਹੈ, ਕੋਈ 70% ਤੇ ਦੇ ਰਿਹਾ ਹੈ, ਪਰ ਨਾ ਕਿਹਦਾ ਵਿਕ ਰਿਹਾ ਹੈ? ਗੁਰੂ ਨਾਨਕ ਮੋਦੀਖਾਨਾ। ਮੋਦੀਖਾਨੇ ਦੀ ਪਰਿਭਾਸ਼ਾ ਮਹਾਨ ਕੋਸ਼ 'ਚ ਪੜ੍ਹੋ। ਮੋਦੀਖਾਨਾ ਗੁਰੂ ਨਾਨਕ ਪਾਤਸ਼ਾਹ ਨੇ ਖੋਲ੍ਹਿਆ, ਉਹਨਾਂ ਤੋਂ ਬਾਅਦ ਨਾ ਕੋਈ ਜੰਮਿਆ ਤੇ ਨਾ ਕੋਈ ਉਹਨਾਂ ਦੀ ਰੀਸ ਕਰ ਸਕਦਾ ਕਿ ਮੋਦੀਖਾਨਾ ਬਣਾ ਕੇ ਬੈਠੇ। ਕਿਹੜਾ ਇੱਥੇ ਗੁਰੂ ਨਾਨਕ ਬਣਿਆ ਹੋਇਆ ਜਿਹੜਾ ਮੋਦੀਖਾਨਾ ਖੋਲ੍ਹੀ ਬੈਠੇ? ਸਿਰਫ ਵਪਾਰ ਚਲਾਇਆ, ਧੰਦਾ ਚਲਾਇਆ ਲੋਕਾਂ ਨੇ ਗੁਰੂ ਨਾਨਕ ਸਾਹਿਬ ਦੇ ਨਾਮ ਚੱਲੀ ਜਾਂਦਾ ਹੈ। ਕਿਉਂਕਿ ਦੁਨੀਆ ਵਿੱਚ ਭਗਵਾਨ ਦਾ ਨਾਮ ਵੀ ਵਿਕਦਾ ਹੈ ਤੇ ਭਗਵਾਨ ਦੀਆਂ ਮੂਰਤੀਆਂ ਵੀ ਵਿਕਦੀਆਂ। ਆਖੋ ਸਤਿਨਾਮ। ਬੜੇ ਲੋਕ ਨੇ ਰੱਬ ਦੀਆਂ ਮੂਰਤੀਆਂ ਵੇਚ ਕੇ ਪੈਸੇ ਇਕੱਠੇ ਕਰੀ ਜਾਂਦੇ। ਜੇ ਮੂਰਤੀ ਨਾਲ ਰੱਬ ਮਿਲਦਾ ਹੁੰਦਾ, ਜਿਸ ਵੇਚੀ ਹੋਈ ਮੂਰਤੀ ਦੇ ਨਾਲ ਇੱਛਾਵਾਂ ਪੂਰੀਆਂ ਹੁੰਦੀਆਂ, ਤੇ ਦੁਕਾਨਦਾਰ ਕਿਉਂ ਵੇਚਦਾ ਘੱਟ ਮੁੱਲ ਕਰਕੇ? ਉਹ ਆਪ ਹੀ ਮੰਗ ਲੈਂਦਾ। ਕਿਤੇ ਨਾ ਕਿਤੇ ਕਰਮ ਕਾਂਡ ਆ, ਪਖੰਡ ਆ। ਗੁਰੂ ਬਾਬਾ ਜੀ ਉਹਨਾਂ ਤੋਂ ਪੁੱਛਦੇ ਆ, ਕਹਿੰਦੇ ਮਹਾਰਾਜ ਇੱਥੇ ਦਾ ਰਾਜਾ ਰਾਜ ਕਿਵੇਂ ਕਰਦਾ ਹੋਊਗਾ? ਮੰਤਰੀਆਂ ਸੰਤਰੀਆਂ ਨੂੰ ਤਨਖਾਹਾਂ ਵੀ ਦੇਣੀਆਂ, ਰਾਜ ਭਾਗ ਵੀ ਚਲਾਉਣਾ, ਲੋਕ ਸੁਖੀ ਵੀ ਹਨ, ਕੋਈ ਦੁਖੀ ਨਹੀਂ, ਬਿਮਾਰ ਨਹੀਂ, ਰੋਗ ਨਹੀਂ ਕਿਸੇ ਨੂੰ, ਤੇ ਕਿਸੇ ਨੂੰ ਘਾਟਾ ਵੀ ਕੋਈ ਨਹੀਂ। ਸ਼੍ਰੀ ਨਾਨਕ ਕਹਿ ਸੁਨ ਮਰਦਾਨੇ, ਇਹਾਂ ਨਾ ਕੋ ਝੂਠ ਬਖਾਨੇ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮਰਦਾਨਿਆ ਸੁਣ ਫਿਰ, ਸਭ ਤੋਂ ਵੱਡੀ ਗੱਲ ਇਸ ਨਗਰ ਦੀ, ਇਸ ਨਗਰ ਵਿੱਚ ਕੋਈ ਝੂਠ ਨਹੀਂ ਬੋਲਦਾ। ਸਤਿਨਾਮ। ਤਾਂ ਚੱਲਦਾ ਹੈ। ਦੁਕਾਨਦਾਰੀ ਕਾਹਦੇ ਤੇ ਚੱਲਦੀ ਹੈ? ਕਿਸੇ ਦੁਕਾਨਦਾਰ ਨੂੰ ਪੁੱਛਿਓ, ਨਿਰੀ ਝੂਠ। ਹਰੇਕ ਦੁਕਾਨਦਾਰ ਤੁਹਾਨੂੰ ਇਹ ਕਹੂ ਵੀ ਮੈਂ ਤੇ ਜੀ ਤੁਹਾਡੇ ਤੋਂ ਕੁਛ ਨਹੀਂ ਕਮਾਇਆ, ਜਿੰਨੇ ਦਾ ਮੈਨੂੰ ਆਇਆ ਮੈਂ ਉਨੇ ਦਾ ਦੇਤਾ। ਇਹੋ ਜਿਹਾ ਕਿਹੜਾ ਸਿਆਣਾ ਬੈਠਾ ਜੀ ਘਰ ਛੱਡ ਕੇ? ਏਸੀ ਵੀ ਲਾਏ ਆ, ਵਰਕਰ ਵੀ ਰੱਖੇ ਆ, ਤੇ ਸ਼ੋਰੂਮ ਦਾ ਕਿਰਾਇਆ ਵੀ ਭਰਦਾ ਹੈ, ਬਿਜਲੀ ਦਾ ਬਿੱਲ ਵੀ ਭਰਦਾ ਹੈ, ਤੇ ਜੋ ਆਪਣੇ ਪੱਲੇ ਤੋਂ ਪਾ ਕੇ ਦਵੇ ਜਾਂ ਜੋ ਆਇਆ ਉਸੇ ਮੁੱਲ ਤੇ ਦਵੇ। ਇਹੋ ਜਿਹਾ ਕੋਈ ਨਹੀਂ ਦੁਨੀਆ ਤੇ। ਮਤ ਭੁਲੇਖਾ ਰੱਖਿਓ ਵੀ ਕੋਈ ਤੁਹਾਡਾ ਮਿੱਤਰ ਆ, ਉਹ ਕਹਿੰਦਾ ਜਿੰਨੇ ਦਾ ਮੈਨੂੰ ਪਿੱਛੋਂ ਮਿਲਿਆ ਮੈਂ ਉਨੇ ਦਾ ਹੀ ਦੇਤਾ। ਦੁਕਾਨਦਾਰੀ ਚੱਲਦੀ ਹੈ ਝੂਠ ਦੇ ਸਿਰ ਤੇ। ਕਿਸੇ ਦੁਕਾਨਦਾਰ ਨੂੰ ਪੁੱਛੋ, ਉਹਨੇ ਇਹੀ ਝੂਠ ਬੋਲਣਾ ਹੈ ਵੀ ਜਿੰਨੇ ਦਾ ਮੈਨੂੰ ਆਇਆ ਜੀ ਮੈਂ ਕੁਛ ਨਹੀਂ ਕਮਾਇਆ, ਮੈਂ ਉਨੇ ਦੇ ਤੁਹਾਨੂੰ ਦੇਤਾ। ਇਹ ਤੋਂ ਵੱਡਾ ਝੂਠ ਕੀ ਹੈ? ਝੂਠ ਬੋਲਣਾ ਹੈ। ਸਤਿਗੁਰ ਕਹਿੰਦੇ ਇਸ ਸ਼ਹਿਰ ਵਿੱਚ, ਇਸ ਨਗਰ ਵਿੱਚ ਮਰਦਾਨਿਆ ਕੋਈ ਕੂੜ ਨਹੀਂ ਬੋਲਦਾ, ਕੋਈ ਝੂਠ ਬੋਲਦਾ ਨਹੀਂ। ਧਰਮ ਕਲਾ ਇਹ ਥਾਨ ਵਿਸਾਲਾ, ਸਰਬ ਦੇਸ਼ ਦੇ ਪਾਪ ਨਿਕਾਲਾ। ਇੱਥੋਂ ਦਾ ਰਾਜਾ ਐਡਾ ਧਰਮੀ ਆ, ਉਹਨੇ ਧਰਮ ਕਮਾਇਆ, ਆਪਣੇ ਦੇਸ਼ ਵਿੱਚੋਂ ਪਾਪ ਹੀ ਕੱਢਦਾ। ਇਹੋ ਭਗਤ ਲਿਖਦੇ ਆ, ਕਹਿੰਦੇ ਜਹਾਂ ਝੂਠ ਤਹਿ ਪਾਪ। ਭਗਤ ਕਬੀਰ ਕਹਿੰਦੇ ਆ ਪਾਪ ਕਿੱਥੇ ਹੋਊ? ਜਿੱਥੇ ਝੂਠ ਹੋਊਗਾ। ਝੂਠਾ ਬੰਦਾ ਪਾਪ ਕਰਦਾ ਹੈ। ਇੱਕ ਝੂਠ ਛਪਾਉਣ ਵਾਸਤੇ 100 ਬੋਲਦਾ ਹੈ, ਕਿਸੇ ਦਾ ਨੁਕਸਾਨ ਵੀ ਕਰਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕਈ ਸਾਲ ਪਹਿਲਾਂ ਇੱਥੇ ਵੀ ਇਹੀ ਕੁਝ ਸੀ। ਇੱਥੋਂ ਦੇ ਰਾਜੇ ਨੇ ਝੂਠ ਬੰਦ ਕਰਤਾ। ਉਹ ਕਹਿੰਦਾ ਕਿਸੇ ਨੇ ਗਲਤੀ ਕੀਤੀ ਮੇਰੇ ਸਾਹਮਣੇ ਆ ਕੇ ਸੱਚ ਬੋਲੋ, ਮੈਂ ਬੁਰਾ ਨਹੀਂ ਕਰਾਂਗਾ। ਲੋਕੀ ਝੂਠ ਕਿਉਂ ਬੋਲਦੇ ਆ? ਇਹ ਸਾਡੇ ਕਰਕੇ ਬੋਲਦੇ ਆ, ਕਿਉਂਕਿ ਅਸੀਂ ਲੋਕ ਸੱਚ ਸੁਣਨਾ ਪਸੰਦ ਨਹੀਂ ਕਰਦੇ। ਸਾਡੇ ਪਰਿਵਾਰ ਦੇ ਮੈਂਬਰ ਆ, ਅਸੀਂ ਉਹਨਾਂ ਨੂੰ ਰੋਕਦੇ ਆ ਤੂੰ ਕਿਤੇ ਜਾਣਾ ਨਹੀਂ। ਉਹ ਜਾਣਾ ਚਾਹੁੰਦਾ ਹੈ, ਫਿਰ ਚੋਰੀ ਜਾ ਕੇ ਮੰਨ ਲਓ ਗਿਆ ਜਲੰਧਰ ਹੈ, ਦੱਸੂ ਬਰਨਾਲਾ। ਕਿਉਂ? ਕਿਉਂਕਿ ਤੁਸੀਂ ਝੂਠ ਬੋਲਣਾ ਪਸੰਦ ਕਰਦੇ ਹੋ, ਸੱਚ ਸੁਣਨਾ ਨਹੀਂ ਚਾਹੁੰਦੇ। ਜੇ ਸੱਚ ਸੁਣਨ ਦੇ ਆਦੀ ਬਣ ਜਾਓ, ਤੁਹਾਨੂੰ ਕੋਈ ਝੂਠ ਕਿਉਂ ਬੋਲੇ? ਕੋਈ ਕਿਉਂ ਆਖੇ? ਕਿਸੇ ਨੇ ਕੁਝ ਕਿੰਨੇ ਦਾ ਖਰੀਦਿਆ, ਉਹ ਘਰਦਿਆਂ ਤੋਂ ਡਰਦੇ ਫਿਰਦੇ ਨਿਆਣੇ। ਕਿਸੇ ਨੇ ਬਾਈਕ ਜਾਂ ਗੱਡੀ ਲਈ ਹੈ 20 ਲੱਖ 30 ਲੱਖ ਦੀ, ਘਰਦਿਆਂ ਨੂੰ ਪੁੱਛਦੇ ਕਹਿੰਦੇ ਨਹੀਂ ਦੋਸਤਾਂ ਨੇ ਸ਼ੇਅਰ ਕਰਤਾ ਸੀ ਇਸ ਕਰਕੇ ਐਨੇ ਦੀ ਲਈ। ਕਿਉਂਕਿ ਤੁਸੀਂ ਝੂਠ ਪਸੰਦ ਕਰ ਰਹੇ ਹੋ। ਤੁਸੀਂ ਬੱਚਿਆਂ ਨੂੰ ਸੱਚ ਬੋਲਣਾ ਕਦੇ ਸਿਖਾਇਆ ਹੀ ਨਹੀਂ, ਆਪ ਝੂਠ ਬੋਲਿਆ। ਕਿੱਥੋਂ ਸਿੱਖਿਆ ਬੱਚਿਆਂ ਨੇ? ਮਾਂ-ਬਾਪ ਘਰ ਬੈਠੇ, ਬੱਚਾ ਘਰੇ ਹੈ, ਕੋਈ ਪਿਓ ਦਾ ਦੋਸਤ ਮਿੱਤਰ ਘਰੇ ਆਇਆ, ਮਾਂ ਨੇ ਬਾਹਰ ਆ ਕੇ ਕਹਿਤਾ ਪੁੱਤ ਕਹਿ ਦੇ ਕਿ ਪਾਪਾ ਘਰੇ ਨਹੀਂ।
ਫਿਰ ਤੁਸੀਂ ਕਿਵੇਂ ਕਹਿ ਸਕਦੇ ਸਾਡਾ ਬੱਚਾ ਗੁਰਦੁਆਰੇ ਜਾਊ, ਪਾਠ ਕਰੂ, ਨਾਮ ਜਪੂ? ਝੂਠ ਤੇ ਤੁਸੀਂ ਸਿਖਾਇਆ। ਹੁਣ ਜਿਹਦੇ ਕੋਲੇ ਝੂਠ ਹੈ, ਜਿਹਨੇ ਝੂਠ ਕਮਾਇਆ, ਉਹ ਸੱਚ ਬੋਲ ਹੀ ਨਹੀਂ ਸਕਦਾ। ਜਿੱਥੇ ਸੱਚ ਨਹੀਂ ਉੱਥੇ ਧਰਮ ਹੀ ਨਹੀਂ। ਧਰਮ ਕਿੱਥੇ ਹੈ? ਜਿੱਥੇ ਸੱਚ ਹੈ। ਮਰਦ ਕਹਿੰਦੇ ਇਸ ਦੇਸ਼ ਵਿੱਚ ਮਰਦਾਨਿਆਂ ਝੂਠ ਨਹੀਂ ਹੈ, ਇੱਥੇ ਸਾਰੇ ਸੱਚ ਬੋਲਦੇ ਆ। ਇਸੇ ਕਰਕੇ ਨਾ ਠੱਗੀ ਹੈ ਨਾ ਡੋਰੀ ਹੈ। ਹੁਣ ਆਪਣਾ ਦੇਸ਼ ਕੋਈ ਸੇ ਕੰਟਰੀ ਚੱਲ ਝੂਠ ਤੇ ਸਾਰਾ ਕਿਤੇ ਹੈ ਨਾ। ਇਨਕਮ ਟੈਕਸ ਕਿੱਥੇ ਨਹੀਂ ਹੈਗਾ, ਪੁਲਿਸ ਪ੍ਰਸ਼ਾਸਨ ਕਿੱਥੇ ਨਹੀਂ, ਆਰਮੀ ਕਿੱਥੇ ਨਹੀਂ, ਡਿਫੈਂਸ ਕਿੱਥੇ ਨਹੀਂ, ਹਰ ਥਾਂ ਤੇ ਹੈ। ਕਿਉਂਕਿ ਲੋਕ ਕਿਤੇ ਨਾ ਕਿਤੇ ਕੁਛ ਬੁਰਾ ਕਰਦੇ ਆ, ਝੂਠ ਬੋਲਦੇ ਆ। ਇੱਥੇ ਸਵਾਲਾਂ ਦੇ ਜਵਾਬ ਗੁਰੂ ਪਾਤਸ਼ਾਹ ਜੀ ਦੇ ਰਹੇ ਆ। ਜੋ ਕੁਝ ਵੀ ਅੱਗੇ ਹੋਏਗਾ ਕੱਲ ਦੇ ਦਿਨਾਂ 'ਚ ਬੜੇ ਆਨੰਦ ਨਾਲ ਇਹਨਾਂ ਪ੍ਰਸੰਗਾਂ ਦਾ ਰਸ ਮਾਣਾਂਗੇ। ਵਾਹਿਗੁਰੂ 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 ਵਾਹਿਗੁਰੂ।